Hi, a very good morning to all of you. I hope ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਵੈਲਕਮ ਟੂ ਗਿਆਨਮ ਪੰਜਾਬ ਚੈਨਲ। ਤੇ ਆਪਾਂ ਜਿੱਦਾਂ ਤੁਸੀਂ ਮੇਰੀ ਸਕਰੀਨ ਤੇ ਦੇਖ ਹੀ ਸਕਦੇ ਹੋ, ਅੱਜ ਆਪਾਂ ਗੱਲ ਕਰਨੀ ਆ ਦ ਹਿਸਟਰੀ ਆਫ ਇੰਗਲਿਸ਼ ਲਿਟਰੇਚਰ ਪਾਰਟ 3। ਠੀਕ ਹੈ, ਤਾਂ ਪਿਛਲੇ ਲੈਕਚਰ ਦੇ ਵਿੱਚ ਤੁਸੀਂ ਜਿਹੜਾ ਹੈ ਉਹ ਜਿਹੜਾ ਰੀਸਟੋਰੇਸ਼ਨ ਏਜ ਤੱਕ ਪੜ੍ਹਿਆ ਸੀ। ਠੀਕ ਹੈ, ਰੀਸਟੋਰੇਸ਼ਨ ਏਜ ਦੇ ਕੰਸੈਪਟ ਤੁਹਾਨੂੰ ਸਮਝਾਏ ਗਏ ਸੀ ਤੇ ਆਈ ਹੋਪ ਤੁਸੀਂ ਉਸ ਲੈਕਚਰ ਨੂੰ ਦੇਖ ਲਿਆ ਹੋਵੇਗਾ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਬਹੁਤ ਚੰਗੀ ਤਰ੍ਹਾਂ ਜਿਹੜੀਆਂ ਨੇ ਉਹ ਕਲੀਅਰ ਹੋਣਗੀਆਂ। ਤੇ ਅੱਜ ਆਪਾਂ ਗੱਲ ਕਰਾਂਗੇ ਰੀਸਟੋਰੇਸ਼ਨ ਏਜ ਤੋਂ ਬਾਅਦ ਕੀ ਹੋਇਆ। ਹੁਣ ਜਦੋਂ ਆਪਾਂ ਥੋੜਾ ਜਿਹੜਾ ਹੈ ਉਹ ਰਿਕੋਲ ਕਰਦੇ ਆ, ਚੀਜ਼ਾਂ ਨੂੰ ਰਿਕੋਲ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਦੇਖੋ ਰੀਸਟੋਰੇਸ਼ਨ ਏਜ ਤੁਸੀਂ ਨਾਮ ਤੋਂ ਹੀ ਸਮਝ ਸਕਦੇ ਹੋ ਵਾਟ ਇਜ਼ ਮੀਨਿੰਗ ਆਫ ਰੀਸਟੋਰ। ਰੀਸਟੋਰ ਦਾ ਮਤਲਬ ਹੁੰਦਾ ਦੁਬਾਰਾ ਸਟੋਰ ਕਰਨਾ। ਤਾਂ ਕਿਸ ਚੀਜ਼ ਨੂੰ ਦੁਬਾਰਾ ਸਟੋਰ ਕੀਤਾ ਗਿਆ? ਮੋਨਾਰਕੀ ਨੂੰ ਕੀਤਾ ਗਿਆ ਸੀ। ਇੱਕ ਨਾ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ ਫॉर योर ਨੌਲੇਜ, ਇੱਕ 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 ਕੁਐਸਚਨ ਪੇਪਰ ਦੇ ਵਿੱਚ ਇੱਕ ਕੁਐਸਚਨ ਬਣਿਆ ਸੀ ਕਿ ਰੀਸਟੋਰੇਸ਼ਨ ਏਜ ਇਜ਼ ਨੇਮਡ ਆਫਟਰ ਰੀਸਟੋਰੇਸ਼ਨ ਆਫ। ਠੀਕ ਹੈ, ਇਹ ਕੁਐਸਚਨ। ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਆਪਸ਼ਨ ਦਿੱਤੇ ਚਾਰਲਸ 1, ਚਾਰਲਸ 2, ਮੋਨਾਰਕੀ ਐਂਡ ਨਨ ਆਫ ਥੀਸ। ਠੀਕ ਹੈ, ਬਹੁਤ ਸਾਰੇ ਬੱਚੇ ਜਿਹੜੇ ਆ ਉਹ ਗਲਤ ਇਸ ਦਾ ਆਪਸ਼ਨ ਜਿਹੜਾ ਲਗਾ ਕੇ ਆਏ, ਉਹਨਾਂ ਨੇ ਲਗਾ ਦਿੱਤਾ ਚਾਰਲਸ 2। ਠੀਕ ਹੈ, ਤਾਂ ਇਸ ਕੰਸੈਪਟ ਨੂੰ ਪਲੀਜ਼ ਥੋੜਾ ਜਿਹਾ ਧਿਆਨ ਨਾਲ ਸਮਝਿਓ, ਇਹ ਗਲਤ ਹੈ। ਰੀਸਟੋਰੇਸ਼ਨ ਇਜ਼ ਨੋਟ ਰੀਸਟੋਰੇਸ਼ਨ ਆਫ ਚਾਰਲਸ 2। ਰੀਸਟੋਰੇਸ਼ਨ ਏਜ ਜਿਹੜੀ ਆ ਉਹ ਚਾਰਲਸ 2 ਦੀ ਰੀਸਟੋਰੇਸ਼ਨ ਨਹੀਂ ਹੋਈ ਸੀ। ਚਾਰਲਸ 2 ਪਹਿਲਾ ਰਾਜਾ ਸੀ ਜੋ ਉਸਨੂੰ ਦੁਬਾਰਾ ਬਣਾਇਆ ਜਾਏਗਾ ਨਹੀਂ ਸੀ ਨਾ, ਉਹ ਤਾਂ ਗੱਦੀ ਤੇ ਬੈਠਾ ਹੀ ਨਹੀਂ ਸੀ, ਉਹਦੇ ਪਾਪਾ ਨੂੰ ਜਿਹੜਾ ਹੈ ਐਗਜ਼ੀਕਿਊਟ ਕੀਤਾ। ਉਸ ਤੋਂ ਬਾਅਦ 11 ਸਾਲ ਕੋਈ ਰਾਜਾ ਨਹੀਂ ਸੀ। ਫਿਰ ਰੀਸਟੋਰੇਸ਼ਨ ਕਾਹਦੀ ਹੋਈ ਸੀ? ਮੋਨਾਰਕੀ ਦੀ। ਠੀਕ ਹੈ, ਜਿਹੜੀ ਰਾਜ ਸੱਤਾ ਹੈ ਉਸਨੂੰ ਦੁਬਾਰਾ ਰੀਸਟੋਰ ਕੀਤਾ ਗਿਆ, ਮੋਨਾਰਕੀ ਨੂੰ। ਠੀਕ ਹੈ, ਸਮਝ ਆ ਗਈ ਨਾ? ਚਾਰਲਸ 2 ਦੀ ਰੀਸਟੋਰੇਸ਼ਨ ਨਹੀਂ ਹੈ, ਕਿਹਦੀ ਹੈ? ਮੋਨਾਰਕੀ ਦੀ। ਤਾਂ ਹਮੇਸ਼ਾ ਆਪਣਾ ਜਦੋਂ ਵੀ ਤੁਸੀਂ ਕਿਸੇ ਨੂੰ ਦੱਸ ਵੀ ਰਹੇ ਹੋ ਜਾਂ ਸੋਚ ਵੀ ਰਹੇ ਤਾਂ ਇਹ ਸੋਚਣਾ ਕਿ ਰੀਸਟੋਰੇਸ਼ਨ ਏਜ ਦੇ ਵਿੱਚ ਕੀ ਆ, ਰਾਜਾ ਕੌਣ ਬਣਿਆ? ਚਾਰਲਸ 2, ਬਟ ਇਟ ਇਜ਼ ਅ ਰੀਸਟੋਰੇਸ਼ਨ ਆਫ ਮੋਨਾਰਕੀ। ਆਈ ਹੋਪ ਇਟ ਇਜ਼ ਕਲੀਅਰ ਨਾਓ। ਹੁਣ ਕੀ ਸੀ ਰੀਸਟੋਰੇਸ਼ਨ ਏਜ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਪੁਆਇੰਟ ਇਹ ਹੈ ਕਿ ਜਦੋਂ ਰਾਜਾ ਚਾਰਲਸ 2 ਫਰਾਂਸ ਤੋਂ ਵਾਪਿਸ ਆਇਆ। ਠੀਕ ਹੈ, ਕਿਉਂ ਆਇਆ ਸੀ ਵਾਪਸ? ਕਿਉਂਕਿ ਲੋਕ ਬੜੇ ਪਰੇਸ਼ਾਨ ਹੋ ਗਏ ਸੀ 11 ਸਾਲ ਦੇ ਉਸ ਡਲ ਜੇ ਪੀਰੀਅਡ ਤੋਂ, ਕਿਉਂਕਿ ਬਹੁਤ ਜ਼ਿਆਦਾ ਸਟ੍ਰਿਕਟਨੈਸ ਸੀ, ਕੋਈ ਵੀ ਸੈਲੀਬ੍ਰੇਸ਼ਨ ਨਹੀਂ ਹੁੰਦੀ ਸੀ, ਬਹੁਤ ਹੀ ਜ਼ਿਆਦਾ ਲੋਕਾਂ ਨੂੰ ਜਿਹੜੇ ਰੂਲ ਐਂਡ ਰੈਗੂਲੇਸ਼ਨ ਫੋਲੋ ਕਰਨੇ ਪੈਂਦੇ ਸੀ, ਸਖਤੀ ਬਹੁਤ ਜ਼ਿਆਦਾ ਸੀ। ਤੇ ਫਿਰ ਲੋਕਾਂ ਨੇ ਸੋਚਿਆ ਕਿ ਇਸ ਤੋਂ ਵਧੀਆ ਤਾਂ ਚਾਰਲਸ 1 ਹੀ ਸੀ, ਭਾਵੇਂ ਉਹਨੇ ਸਾਡੇ ਨਾਲ ਦੇਸ਼ ਦੇ ਨਾਲ ਕੁਝ ਵੀ ਕੀਤਾ, ਐਟਲੀਸਟ ਲੋਕ ਤਾਂ ਖੁਸ਼ ਸੀ ਨਾ ਉਸ ਟਾਈਮ ਤੇ। ਇਸੇ ਕਰਕੇ ਜਿਹੜਾ ਹੈ ਫਿਰ ਜਿਹੜਾ ਆਪਾਂ ਬੋਲ ਸਕਦੇ ਹਾਂ ਕਿ ਰੀਸਟੋਰੇਸ਼ਨ ਏਜ ਵਿੱਚ ਕੀ ਆ, ਉਹ ਚਾਰਲਸ 2 ਦੇ ਕੋਲ ਗਏ ਫਰਾਂਸ ਤੇ ਉਹਨਾਂ ਨੇ ਬੋਲਿਆ ਕਿ ਤੁਸੀਂ ਵਾਪਿਸ ਆ ਜਾਓ, ਵੀ ਵਾਂਟ ਯੂ ਐਜ਼ ਆਰ ਕਿੰਗ। ਤੇ ਜਦੋਂ ਚਾਰਲਸ 2 ਵਾਪਸ ਆਇਆ ਤਾਂ ਆਪਣੇ ਨਾਲ 11 ਸਾਲ ਜੋ ਉਸਨੇ ਫਰਾਂਸ ਦੇ ਵਿੱਚ ਬਿਤਾਏ ਉਸ ਕਲਚਰ ਨੂੰ ਵੀ ਨਾਲ ਲੈ ਕੇ ਆਇਆ। ਹੁਣ ਫਰਾਂਸ ਦਾ ਕਲਚਰ ਥੋੜਾ ਓਪਨ ਸੀ ਉਸ ਟਾਈਮ ਤੇ, ਪਹਿਲਾਂ ਹੀ ਫਰਾਂਸ ਬਹੁਤ ਹੀ ਡਿਵੈਲਪਡ ਨੇਸ਼ਨ ਸੀ, ਤਾਂ ਉਹ ਆਪਣੇ ਨਾਲ ਐਕਟ੍ਰੈਸਿਸ ਵੀ ਲੈ ਕੇ ਆਇਆ ਸੀ ਬਹੁਤ ਸਾਰੀਆਂ, ਤੇ ਉਹਨਾਂ ਦਾ ਜਿਹੜਾ ਆਪਾਂ ਬੋਲ ਸਕਦੇ ਹਾਂ ਇੱਕ ਗਰੁੱਪ ਆਇਆ ਸੀ। ਤੇ ਰੀਸਟੋਰੇਸ਼ਨ ਟਾਈਮ ਹੀ ਇਸ ਤਰ੍ਹਾਂ ਦਾ ਟਾਈਮ ਹੈ ਜਦੋਂ ਜਿਹੜਾ ਹੈ ਆਪਾਂ ਬੋਲ ਸਕਦੇ ਹਾਂ ਕਿ ਫਸਟ ਫੀਮੇਲ ਐਕਟਰ ਜਿਹੜਾ ਹੈ ਉਸਨੇ ਪਰਫਾਰਮ ਕੀਤਾ ਸੀ। ਠੀਕ ਹੈ, ਇਸ ਤੋਂ ਬਿਨਾ ਜਿਹੜਾ ਹੈ ਹੁਣ ਆਪਾਂ ਗੱਲ ਕਰਾਂਗੇ ਰੀਸਟੋਰੇਸ਼ਨ ਏਜ ਲਿਟਰੇਚਰ ਤੇ। ਲਿਟਰੇਚਰ ਕਿੱਦਾਂ ਦਾ ਸੀ? ਬੜਾ ਹੀ ਵਲਗਰ, ਕਿਉਂਕਿ ਹਰ ਇੱਕ ਬੰਦਾ ਜਿਹੜਾ ਹੈ ਉਹ ਉਸਨੇ ਲਿਟਰੇਚਰ ਲਿਖਣਾ ਜਿਹੜਾ ਹੈ ਸ਼ੁਰੂ ਕਰ ਦਿੱਤਾ ਸੀ। ਠੀਕ ਹੈ, ਨਾਓ ਟੁਡੇ ਵੀ ਆਰ ਗੋਇੰਗ ਟੂ ਅੰਡਰਸਟੈਂਡ ਵਾਟ ਇਜ਼ ਨਿਓ ਕਲਾਸੀਕਲ ਏਜ। ਹੁਣ ਨਿਓ ਕਲਾਸੀਕਲ ਏਜ ਕਿਹੜੀ ਹੈ? ਇੱਕ ਵਾਰ ਥੋੜਾ ਜਿਹਾ ਜਿੰਨੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਉਹਨਾਂ ਨੂੰ ਦਿਮਾਗ ਦੇ ਵਿੱਚ ਬਿਠਾ ਲਓ, ਤਾਂ ਕਿ ਜਿਹੜਾ ਹੈ ਆਪਾਂ ਉਹ ਨੈਕਸਟ ਜਿਹੜੀ ਆ ਏਜ ਉਹ ਸ਼ੁਰੂ ਕਰੀਏ। ਤਾਂ ਆਪਣੇ ਕੋਲ ਏਜ ਹੈ ਨਿਓ ਕਲਾਸੀਕਲ ਏਜ। ਨਿਓ ਕਲਾਸੀਕਲ ਏਜ ਜੋ ਹੈ ਉਹ ਇੱਕ ਕਲਾਸੀਕਲ ਰੂਲਸ ਨੂੰ ਫੋਲੋ ਕਰਨ ਵਾਲੀ ਏਜ ਹੈ, ਜਿਸ ਦੇ ਵਿੱਚ ਰਾਈਟਰਸ ਨੇ ਕਲਾਸੀਕਲ ਰਾਈਟਰਸ ਨੂੰ ਫੋਲੋ ਕੀਤਾ। ਠੀਕ ਹੈ, ਓਕੇ। ਤਾਂ ਹੁਣ ਇਹਦੇ ਵਿੱਚ ਦੇਖੋ, ਇਸ ਏਜ ਨੂੰ ਆਪਾਂ ਏਜ ਆਫ ਰੀਜ਼ਨ ਵੀ ਬੋਲ ਦਿੰਦੇ ਆ, ਇਸ ਏਜ ਨੂੰ ਹੀ ਆਪਾਂ ਏਜ ਆਫ ਸੈਂਸਿਬਿਲਿਟੀ ਬੋਲਦੇ ਆ, ਇਸੇ ਏਜ ਨੂੰ ਆਪਾਂ ਏਜ ਆਫ ਇਨਲਾਈਟਨਮੈਂਟ ਏਜ ਬੋਲਦੇ ਆ। ਠੀਕ ਹੈ, ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ। ਇਨਲਾਈਟਨਮੈਂਟ ਏਜ
ਏਜ ਆਫ ਸੈਂਸਿਬਿਲਿਟੀ, ਸਾਰੇ ਨਾਮ ਇਸੇ ਏਜ ਦੇ ਨੇ। ਹੁਣ ਇਹਨੂੰ ਇਨਲਾਈਟਨਮੈਂਟ ਏਜ ਕਿਉਂ ਬੋਲਿਆ ਜਾਂਦਾ ਹੈ? ਕਿਉਂਕਿ ਇਸ ਏਜ ਦੇ ਵਿੱਚ ਬਹੁਤ ਹੀ ਸੈਂਸੀਬਲ ਲਿਟਰੇਚਰ ਜਿਹੜਾ ਹੈ ਪ੍ਰੋਡਿਊਸ ਹੋਇਆ, ਲੋਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ, ਰੀਜ਼ਨ ਨੂੰ ਬਹੁਤ ਜ਼ਿਆਦਾ ਤਵੱਜੋ ਮਿਲੀ, ਪ੍ਰੈਫਰੈਂਸ ਵਾਸ ਗਿਵਨ ਟੂ ਰੀਜ਼ਨ ਓਨਲੀ। ਠੀਕ ਹੈ, ਹੁਣ ਜੇ ਆਪਾਂ ਗੱਲ ਕਰੀਏ ਕੀ ਫੀਚਰਸ, ਕੀ ਇਸ ਏਜ ਦੇ ਕੈਰੈਕਟਰਿਸਟਿਕਸ ਆ, ਤਾਂ ਤੁਸੀਂ ਦੇਖ ਸਕਦੇ ਹੋ ਇਟ ਇਜ਼ ਏਜ ਆਫ ਰੀਜ਼ਨ। ਰੀਜ਼ਨ, ਹਰ ਚੀਜ਼ ਦੇ ਪਿੱਛੇ ਕੀ ਰੀਜ਼ਨ ਆ ਉਹ ਪੁੱਛਿਆ ਜਾਣ ਲੱਗਿਆ ਕਿ ਅਗਰ ਇਹ ਹੋ ਰਿਹਾ ਹੈ ਤਾਂ what is the reason behind it। so this age is called age of reason। ਬਹੁਤ ਹੀ ਜ਼ਿਆਦਾ ਕੁਐਸਚਨਿੰਗ ਸ਼ੁਰੂ ਹੋ ਗਈ ਸੀ ਹਰ ਚੀਜ਼ ਦੀ। ਠੀਕ ਹੈ, ਪਹਿਲਾ ਪੁਆਇੰਟ ਸਮਝ ਆ ਗਿਆ। ਦੂਸਰਾ, order and discipline। ਹੁਣ this age was react against the restoration age। how can it is possible? ਹੁਣ ਇਹ ਕਿਸ ਤਰ੍ਹਾਂ ਹੈ, ਦੇਖੋ ਜਿਵੇਂ ਤੁਹਾਨੂੰ ਥੋੜਾ ਜਿਹਾ ਰੀਸਟੋਰੇਸ਼ਨ ਏਜ ਦੇ ਬਾਰੇ ਦੱਸਿਆ, ਤੇ ਕੀ ਦੱਸਿਆ ਸੀ ਕਿ ਲਿਟਰੇਚਰ ਬਹੁਤ ਹੀ ਜ਼ਿਆਦਾ ਫ੍ਰੀ ਤਰੀਕੇ ਦੇ ਨਾਲ, ਵਲਗੈਰਿਟੀ ਦੇ ਨਾਲ, ਕੋਈ ਉਹਦੇ ਵਿੱਚ ਸਿਸਟਮ ਨਹੀਂ ਸੀ, ਜਿਸ ਨੂੰ ਜੋ ਆਉਂਦਾ ਸੀ ਉਹੀ ਚੀਜ਼ਾਂ ਲਿਖੀਆਂ ਜਾਣ ਲੱਗ ਗਈਆਂ। ਠੀਕ ਹੈ, ਕੋਈ ਰੂਲ ਐਂਡ ਰੈਗੂਲੇਸ਼ਨ ਨਹੀਂ, ਇਹ ਨਹੀਂ ਕਿ ਜੇ ਤੁਸੀਂ ਪੋਇਮ ਲਿਖ ਰਹੇ ਹੋ ਤਾਂ ਉਹਨੂੰ ਕਿਸ ਤਰ੍ਹਾਂ ਲਿਖਣਾ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ। ਠੀਕ ਹੈ, ਡਰਾਮਾ ਦੇ ਵਿੱਚ ਕੋਈ ਯੂਨਿਟੀ ਫੋਲੋ ਨਹੀਂ ਹੁੰਦੀ ਸੀ, ਕੋਈ ਵੀ ਸਟਰਕਚਰ ਨਹੀਂ ਸੀ ਫਿਕਸਡ। ਫਿਰ ਇਹਨਾਂ ਨੇ ਕੀ ਕੀਤਾ ਕਿ ਦਿਸ ਇਜ਼ ਵੈਰੀ ਵਲਗਰ। ਹੁਣ ਨਿਓ ਕਲਾਸੀਕਲ ਜਿਹੜੇ ਇੰਟੈਲੈਕਟ ਸੀ, ਕੁਝ ਲੋਕ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੇ ਜਿਹੜੇ ਬੱਚੇ ਆ ਜਾਂ ਫਿਰ ਅਸੀਂ, ਸਾਡੀ ਆਉਣ ਵਾਲੀ ਜਨਰੇਸ਼ਨ, ਉਹ ਇਸ ਤਰ੍ਹਾਂ ਦਾ ਲਿਟਰੇਚਰ ਪੜ੍ਹੇਗੀ। ਅਗਰ ਉਹ ਇਸ ਤਰ੍ਹਾਂ ਦਾ ਲਿਟਰੇਚਰ ਪੜ੍ਹੇਗੀ ਤਾਂ ਉਹਨਾਂ ਦੇ ਦਿਮਾਗ ਤੇ ਕੀ ਅਸਰ ਹੋਏਗਾ, ਐਂਡ ਵਾਟ ਵਿਲ ਬੀ ਆਰ ਫਿਊਚਰ, ਸਾਡਾ ਫਿਊਚਰ ਕੀ ਆ, ਕੁਝ ਵੀ ਨਹੀਂ, ਹੈ ਨਾ। ਇਸ ਲਈ ਫਿਰ ਉਹਨਾਂ ਨੇ ਰਿਐਕਟ ਕੀਤਾ ਇਸ ਏਜ ਦੇ ਅਗੇਂਸਟ, ਐਂਡ ਦੇਰ ਇਜ਼ ਅ ਏਜ ਕੋਲਡ ਨਿਓ ਕਲਾਸੀਕਲ ਏਜ। ਹੁਣ ਐਦਾਂ ਨਹੀਂ ਹੈਗਾ ਵੀ ਇਹ ਏਜ ਇੱਕ ਦਿਨ ਦੇ ਵਿੱਚ ਆ ਜਾਂਦੀ ਹੈ, ਐਵੇਂ ਦਾ ਕੁਝ ਨਹੀਂ। ਇੱਕ ਦੋ ਥਿੰਕਰ ਉੱਠ ਕੇ ਆਉਂਦੇ ਨੇ ਜੋ ਕਿ ਆਪਣਾ ਨਵਾਂ ਆਈਡੀਆ ਜਿਹੜਾ ਹੈ ਉਹ ਇੰਟਰੋਡਿਊਸ ਕਰਦੇ ਨੇ, ਜਿੱਥੋਂ ਉਹਨਾਂ ਦਾ ਰਾਈਟਿੰਗ ਸਟਾਈਲ ਜਿਹੜਾ ਹੈ ਨਵਾਂ ਆਉਂਦਾ। ਆਈ ਹੋਪ ਇਟ ਇਜ਼ ਕਲੀਅਰ। ਹੁਣ ਜਿਵੇਂ ਆਪਾਂ ਗੱਲ ਕਰੀਏ ਥੋੜੇ ਪੰਜਾਬ ਦੀ ਹੀ ਗੱਲ ਕਰਦੀ ਹਾਂ ਮੈਂ, ਤੁਹਾਨੂੰ ਐਗਜ਼ਾਮਪਲ ਦੇ ਨਾਲ ਸਮਝਾਉਂਦੀ ਹਾਂ, ਜਿਵੇਂ ਕੋਈ ਵੀ ਟ੍ਰੈਂਡ ਕਿੱਦਾਂ ਆਉਂਦਾ। ਫੋਰ ਐਗਜ਼ਾਮਪਲ ਅਗਰ ਆਪਾਂ ਥੋੜੇ 10-20 ਸਾਲ ਪਿੱਛੇ ਚਲੇ ਜਾਈਏ ਤਾਂ ਤੁਸੀਂ ਦੇਖਿਆ ਹੋਏਗਾ ਕਿ ਡੂਅਟ ਗਾਣੇ ਬਹੁਤ ਜ਼ਿਆਦਾ ਫੇਮਸ ਸੀ। ਠੀਕ ਹੈ, ਐਂਡ ਗਾਣਿਆਂ ਦਾ ਤੁਹਾਨੂੰ ਸਬਜੈਕਟ ਮੈਟਰ ਵੀ ਪਤਾ ਕਿਸ ਤਰ੍ਹਾਂ ਦਾ ਹੁੰਦਾ ਸੀ। ਬਟ ਇਨ ਟੂਡੇਜ਼ ਡੇ ਅੱਜ ਕੱਲ੍ਹ ਕਿਹੜੇ ਗਾਣੇ ਚੱਲ ਰਹੇ ਨੇ ਜਿਹਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਪੋਪ ਮਿਊਜ਼ਿਕ ਦੇਖਣ ਨੂੰ ਮਿਲੇ, ਬਹੁਤ ਜ਼ੋਰਾਂ ਸ਼ੋਰਾਂ ਵਾਲਾ ਮਿਊਜ਼ਿਕ ਹੁੰਦਾ ਹੈ, ਤੇ ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਵੈਪਨਸ ਨੂੰ ਪ੍ਰਮੋਟ ਜ਼ਿਆਦਾ ਹੋ ਰਹੇ ਨੇ ਅੱਜ ਕੱਲ੍ਹ, ਹੈ ਨਾ। ਤਾਂ ਆਹ ਚੀਜ਼ਾਂ ਦਾ ਡਿਫਰੈਂਸ, ਹੁਣ ਇਹ ਚੀਜ਼ਾਂ ਦਾ ਹੌਲੀ ਹੌਲੀ ਜਿਹੜਾ ਹੈ ਉਹ ਇੰਟਰੋਡਕਸ਼ਨ ਹੁੰਦੀ ਹੈ, ਫਿਰ ਇੰਪਲੀਮੈਂਟ ਹੋਣਾ ਸ਼ੁਰੂ ਹੋ ਜਾਂਦਾ। ਫਿਰ ਆਪਾਂ ਉਸ ਏਰੀਆ ਨੂੰ ਜਿੰਨੇ ਟਾਈਮ ਦੇ ਵਿੱਚ ਉਹ ਚੀਜ਼ਾਂ ਲਿਖੀਆਂ ਜਾਂਦੀਆਂ, ਕੀਤੀਆਂ ਜਾਂਦੀਆਂ, ਉਹ ਇੱਕ ਸਪੈਸੀਫਿਕ ਏਜ ਬਣ ਜਾਂਦੀ ਹੈ। ਠੀਕ ਹੈ, ਇਸੇ ਤਰ੍ਹਾਂ ਜਿਹੜਾ ਹੈ ਫਿਰ ਇਹਨਾਂ ਨੇ ਸੋਚਿਆ ਕਿ ਅਸੀਂ ਰੀਸਟੋਰੇਸ਼ਨ ਲਿਟਰੇਚਰ ਦੇ ਖਿਲਾਫ ਲਿਖਾਂਗੇ, ਵੀ ਡੋਂਟ ਵਾਂਟ ਦਿਸ ਟਾਈਪ ਆਫ ਲਿਟਰੇਚਰ, ਇਹ ਕੋਈ ਲਿਟਰੇਚਰ ਹੈ। ਠੀਕ ਹੈ, ਫਿਰ ਕੁਝ ਲੋਕ ਆਏ ਜਿਨ੍ਹਾਂ ਨੇ ਆਪਣੇ ਆਪ ਨੂੰ ਨਾਮ ਦਿੱਤਾ ਵੀ ਆਰ ਨਿਓ ਕਲਾਸੀਕਲ। ਨਾਓ ਵਾਟ ਇਜ਼ ਮੀਨਿੰਗ ਆਫ ਨਿਓ ਕਲਾਸੀਕਲ? ਇਟ ਇਜ਼ ਅ ਵਰਡ ਮਿਕਸ ਆਫ ਨਿਊ ਐਂਡ ਕਲਾਸਿਸਿਜ਼ਮ। ਹੁਣ ਇਹ ਵਰਡ ਕਿੱਦਾਂ ਬਣਿਆ? ਨਿਊ ਪਲੱਸ ਕਲਾਸੀਕਲ। ਕਲਾਸੀਕਲ ਰਾਈਟਰਸ ਬਹੁਤ ਪੁਰਾਣੇ ਰਾਈਟਰ, ਜਿਵੇਂ ਕਿ ਇਹਨਾਂ ਦੇ ਕੋਲ ਸੀ ਓਵਿਡ, ਹੋਮਰ, ਠੀਕ ਹੈ, ਜਿਨ੍ਹਾਂ ਨੇ ਬਹੁਤ ਵੱਡੀਆਂ ਵੱਡੀਆਂ ਐਪਿਕ ਪੋਇਮਸ ਦਿੱਤੀਆਂ ਲਿਟਰੇਚਰ ਨੂੰ। ਦੇਰ ਵਾਜ਼ ਅ ਗ੍ਰੇਟ ਕੰਟਰੀਬਿਊਸ਼ਨ ਆਫ ਕਲਾਸੀਕਲ ਰਾਈਟਰਸ ਟੂ ਲਿਟਰੇਚਰ, ਗ੍ਰੀਕ ਰਾਈਟਰਸ ਐਂਡ ਰੋਮਨ ਰਾਈਟਰਸ। ਹੁਣ ਕੀ ਕੀਤਾ, ਜਿਹੜੇ ਇਹ ਨਿਓ ਕਲਾਸੀਕਲ ਰਾਈਟਰ ਸੀ, ਇਹਨਾਂ ਨੇ ਆਪਣੇ ਆਪ ਨੂੰ ਬੋਲਿਆ ਅਸੀਂ ਨਿਓ ਕਲਾਸੀਕਲ ਆ। ਕਿੱਦਾਂ ਨਿਓ ਕਲਾਸੀਕਲ ਆ? ਕਿ ਅਸੀਂ ਕਲਾਸੀਕਲ ਰਾਈਟਰਸ ਨੂੰ ਫੋਲੋ ਕਰਾਂਗੇ, ਅਸੀਂ ਆਪਣਾ ਪੁਰਾਣੀ ਜਿਹੜੀ ਸੰਸਕ੍ਰਿਤੀ ਆ ਉਹ ਭੁੱਲਦੇ ਜਾ ਰਹੇ ਹਾਂ, ਤਾਂ ਫਿਰ ਸਾਨੂੰ ਦੁਬਾਰਾ ਉਹਨਾਂ ਨੂੰ ਪੜ੍ਹਨਾ ਪੈਣਾ। ਤਾਂ ਇਹਨਾਂ ਨੇ ਉਹਨਾਂ ਦੀ ਹੀ ਰਾਈਟਿੰਗ ਸਟਾਈਲ ਨੂੰ ਫੋਲੋ ਕੀਤਾ, ਉਹਨਾਂ ਦੀ ਰਾਈਟਿੰਗ ਸਟਾਈਲ ਨੂੰ ਇਮੀਟੇਟ ਕੀਤਾ ਤੇ ਖੁਦ ਦੀ ਕ੍ਰੀਏਟਿਵਿਟੀ ਵੀ ਪਾਈ। ਦੈਟਸ ਵਾਈ ਦੇ ਆਰ ਨੋਨ ਐਜ਼ ਨਿਓ ਕਲਾਸੀਕਲ। ਠੀਕ ਹੈ, ਆਰਡਰ ਐਂਡ ਡਿਸਿਪਲਿਨ ਲੈ ਕੇ ਆਏ ਇਹ ਲਿਟਰੇਚਰ ਦੇ ਵਿੱਚ ਵੀ, ਆਪਣੀ ਜ਼ਿੰਦਗੀ ਦੇ ਵਿੱਚ ਵੀ, ਕਿ ਆ ਵਲਗੈਰਿਟੀ ਨਹੀਂ ਚੱਲਣੀ, ਵੀ ਨੀਡ ਆਰਡਰ ਐਂਡ ਡਿਸਿਪਲਿਨ ਲਾਈਫ। ਸਟਾਇਰ ਬਹੁਤ ਹੀ ਜ਼ਿਆਦਾ ਫੇਮਸ ਇਸ ਟਾਈਮ ਦਾ ਜਿਹੜਾ ਜੌਨਰੇ ਹੈ, ਤੁਹਾਨੂੰ ਲਿਟਰਰੀ ਟਰਮ ਵੀ ਆ ਸਕਦੀ ਹੈ। ਵਾਟ ਇਜ਼ ਮੀਨਿੰਗ ਆਫ ਸਟਾਇਰ? ਸਟਾਇਰ ਦਾ ਮਤਲਬ ਹੁੰਦਾ ਵਿਅੰਗ ਕਰਨਾ। ਠੀਕ ਹੈ, ਕਿ ਦੂਸਰੇ ਬੰਦੇ ਨੂੰ ਗੁੱਸਾ ਵੀ ਨਾ ਆਵੇ, ਉਹਦਾ ਮਜ਼ਾਕ ਵੀ ਉਡਾ ਦੇਣਾ। ਅਰਬਨ ਲਾਈਫ ਦੇ ਬਾਰੇ ਲਿਖਿਆ ਜਾਣ ਲੱਗਿਆ। ਅਰਬਨ ਲਾਈਫ ਮੀਨਸ
ਕੀ ਹੁੰਦੀ ਹੈ ਸ਼ਹਿਰੀ ਜ਼ਿੰਦਗੀ ਕਲਾਸਿਕਲ ਇਨਫਲੂਐਂਸ ਬਹੁਤ ਜ਼ਿਆਦਾ ਸੀ ਆਈ ਹੈਵ ਆਲਰੇਡੀ ਟੋਲਡ ਯੂ ਦਿਸ ਆਈ ਹੋਪ ਤੁਹਾਨੂੰ ਸਮਝ ਆ ਗਿਆ ਨਿਓ ਕਲਾਸਿਕਲ ਏਜ ਦਾ ਥੋੜਾ ਜਿਹਾ ਸਟਰਕਚਰ ਕੀ ਆ ਦੂਸਰੀ ਗੱਲ ਹੁਣ ਦੇਖੋ ਇਸ ਏਜ ਦੇ ਵਿੱਚ ਨਿਓ ਕਲਾਸਿਕਲ ਏਜ ਦੇ ਅੰਡਰ ਦੋ ਏਜਸ ਆਉਣਗੀਆਂ ਇੱਕ ਆਏਗੀ ਔਗਸਟਨ ਏਜ ਠੀਕ ਹੈ ਇੱਕ ਆ ਜਾਏਗੀ ਆਪਣੇ ਕੋਲ ਏਜ ਆਫ ਜੌਨਸਨ ਡਾਕਟਰ ਜੌਨਸਨ ਹੁਣ ਇਹ ਦੋ ਜੌਨਸਨ ਲਿਟਰੇਚਰ ਦੇ ਵਿੱਚ ਬੜੇ ਫੇਮਸ ਆ ਇੱਕ ਹੈਗਾ ਆਪਣੇ ਕੋਲ ਬੈਨ ਜੌਨਸਨ ਸਪੈਲਿੰਗ ਦੇਖੋ BENJONSON ਇਹ ਬੈਨ ਜੌਨਸਨ ਜੈਕੋਬੀਅਨ ਏਜ ਵਾਲੇ ਆ ਜਿਹੜੇ ਮੈਂ ਤੁਹਾਨੂੰ ਡਰਾਮਾਟਿਸਟ ਦੱਸੇ ਸੀ ਜੋ ਕਾਮੇਡੀਜ਼ ਲਿਖਦੇ ਸੀ ਤੇ ਇੱਕ ਆਪਣੇ ਕੋਲ ਹੈਗਾ ਡਾਕਟਰ ਸੈਮੂਅਲ ਜੌਨਸਨ ਡਾਕਟਰ ਸੈਮੂਅਲ ਜੌਨਸਨ ਜਿਹੜੇ ਆ ਉਹਨਾਂ ਨੇ ਡਿਕਸ਼ਨਰੀ ਜਿਹੜੀ ਬਣਾਈ ਸੀ ਇੰਗਲਿਸ਼ ਦੀ ਫਰਸਟ ਡਿਕਸ਼ਨਰੀ was written by Dr. Samuel Johnson, right? Okay. Now come to the characteristics of Augustan age literature. ਹੁਣ ਇਸ ਏਜ ਦੇ ਵਿੱਚ ਜਿਹੜੇ ਅਗਸਟਨ ਏਜ ਵਾਲੇ ਨਿਓ ਕਲਾਸਿਕਲ ਰਾਈਟਰ ਸੀ ਉਹਨਾਂ ਦੇ ਕੈਰੈਕਟਰਿਸਟਿਕਸ ਦੇਖੋ ਕਿੱਦਾਂ ਲਿਖਦੇ ਸੀ ਉਹ ਜ਼ਿਆਦਾਤਰ ਸਟਾਇਰ ਲਿਖਦੇ ਸੀ ਸਟਾਇਰ ਇਨ ਦਾ ਸੈਂਸ ਉਹ ਦੂਸਰੇ ਬੰਦੇ ਨੂੰ ਮਜ਼ਾਕ ਵੀ ਬਣਾ ਦਿੰਦੇ ਸੀ ਤੇ ਉਹਨੂੰ ਗੁੱਸਾ ਵੀ ਨਹੀਂ ਮਤਲਬ ਇੱਕ ਤਰ੍ਹਾਂ ਦੇ ਨਾਲ ਉਹਦਾ ਮਜ਼ਾਕ ਬਣਾਉਣਾ ਜਿਹੜਾ ਐਦਾਂ ਦੇ ਸ਼ਬਦ ਯੂਜ਼ ਕਰਨੇ ਜਿਹੜੇ ਕਿ ਓਫੈਂਸਿਵ ਨਾ ਹੋਣ ਠੀਕ ਹੈ ਦੇ ਰੋਟ ਸਟਾਇਰ ਰੈਸ਼ਨਲਿਜ਼ਮ ਦੇ ਬਾਰੇ ਬਹੁਤ ਜ਼ਿਆਦਾ ਲਿਖਿਆ ਗਿਆ ਰੀਜ਼ਨ is the main content of that era heroic couplet ਤੁਹਾਨੂੰ ਅਗਰ ਯਾਦ ਹੋਵੇ ਕਿ ਕਲਾਸਿਕਲ ਮੋਡਸ ਕਲਾਸਿਕਲ ਰਾਈਟਿੰਗਸ ਦੇ ਵਿੱਚ ਹੀਰੋਇਜ਼ਮ ਨੂੰ ਬਹੁਤ ਪ੍ਰਮੋਟ ਕੀਤਾ ਗਿਆ ਸੀ ਆਪਾਂ ਪੜਿਆ ਸੀ ਨਾ ਬਿਓਵੁਲਫ ਫਰਸਟ ਐਪਿਕ ਪੋਇਟਰੀ ਇਨ ਇੰਗਲਿਸ਼ ਲਿਟਰੇਚਰ ਉਸ ਦੇ ਵਿੱਚ ਹੀਰੋਇਜ਼ਮ ਹੀਰੋਇਕ ਡੀਡਸ ਦਿਖਾਏ ਗਏ ਆ ਹੁਣ ਹੀਰੋਇਕ ਕਪਲੇਟ ਵੀ ਇੱਕ ਫਰੇਜ਼ ਹੈ ਇੱਕ ਲਿਟਰੇਰੀ ਟਰਮ ਹੈ ਜੋ ਤੁਹਾਡਾ ਹੋਮਵਰਕ ਹੈ ਯੂ ਵਿਲ ਟੈਲ ਮੀ ਵਾਟ ਇਜ਼ ਮੀਨਿੰਗ ਆਫ ਹੀਰੋਇਕ ਕਪਲੇਟ ਨਾਮ ਤੋਂ ਥੋੜਾ ਤੁਹਾਨੂੰ ਅੰਦਾਜ਼ਾ ਵੀ ਲੱਗ ਗਿਆ ਹੋਵੇਗਾ ਕਪਲੇਟ ਹੁੰਦਾ ਦੋਹਾ ਹੁਣ ਤੁਸੀਂ ਬਾਕੀ ਚੀਜ਼ਾਂ ਨੂੰ ਸਮਝ ਕੇ ਆਓਗੇ ਠੀਕ ਹੈ ਸੋਸ਼ਲ ਕ੍ਰਿਟਿਸਿਜ਼ਮ ਬਹੁਤ ਜ਼ਿਆਦਾ ਕੀਤਾ ਜਾਣ ਲੱਗ ਗਿਆ ਇਹਦਾ ਰੀਜ਼ਨ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਸੋਸਾਇਟੀ ਬਹੁਤ ਜ਼ਿਆਦਾ ਕਰਪਟ ਹੋ ਚੁੱਕੀ ਸੀ ਰੀਸਟੋਰੇਸ਼ਨ ਏਜ ਦੇ ਟਾਈਮ ਪੀਰੀਅਡ ਦੇ ਵਿੱਚ ਤਾਂ ਉਹਦਾ ਕ੍ਰਿਟਿਸਿਜ਼ਮ ਜਿਹੜਾ ਹੈ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਠੀਕ ਹੈ ਹੁਣ ਇਟ ਵਾਸ ਦਾ ਰਿਐਕਸ਼ਨ ਅਗੇਂਸਟ ਅਗਰ ਆਪਾਂ ਕਿਸੇ ਚੀਜ਼ ਦੇ ਅਗੇਂਸਟ ਰਿਐਕਟ ਕਰਦੇ ਹਾਂ ਤਾਂ ਆਪਾਂ ਉਹਦੇ ਜਿਹੜੇ ਆ ਨੈਗੇਟਿਵ ਪੁਆਇੰਟਸ ਵੀ ਜ਼ਰੂਰ ਦੱਸਦੇ ਹਾਂ ਕ੍ਰਿਟਿਸਿਜ਼ਮ ਦਾ ਮਤਲਬ ਨੈਗੇਟਿਵ ਨਹੀਂ ਹੁੰਦਾ ਇਕੱਲਾ ਕ੍ਰਿਟਿਸਿਜ਼ਮ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਜੱਜ ਕਰਨਾ ਉਹਦੇ ਪੋਜ਼ਿਟਿਵ ਪਲੱਸ ਨੈਗੇਟਿਵ ਪੁਆਇੰਟਸ ਦੋਨੋਂ ਦੱਸਣਾ ਠੀਕ ਹੈ ਇਵੈਲੂਏਟ ਕਰਨਾ ਹੁਣ ਦੇਖੋ ਆ ਤਿੰਨੋਂ ਜਿਹੜੇ ਨੇ ਲਿਟਰੇਰੀ ਜਨਰ ਇਜ਼ ਵੈਰੀ ਇੰਪੋਰਟੈਂਟ ਯੂ ਨੀਡ ਟੂ ਨੋ ਹੀਰੋਇਕ ਕਪਲੇਟ ਤੁਹਾਡਾ ਹੋਮਵਰਕ ਮੋਕ ਐਪਿਕ ਕੀ ਹੁੰਦਾ ਐਪਿਕ ਤਾਂ ਤੁਹਾਨੂੰ ਪਤਾ ਹੀ ਹੈ ਬਹੁਤ ਲੰਬੀ ਪੋਇਮ ਬਟ ਮੋਕ ਦਾ ਮਤਲਬ ਮਜ਼ਾਕ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਅਲੈਗਜ਼ੈਂਡਰ ਪੋਪ ਇਜ਼ ਮਾਸਟਰ ਆਫ ਮੋਕ ਐਪਿਕ ਪੋਇਮ ਠੀਕ ਹੈ ਇਹ ਬਹੁਤ ਵਧੀਆ ਮੋਕ ਐਪਿਕ ਪੋਇਮ ਲਿਖਦੇ ਸੀ ਇਹਨਾਂ ਦੀ ਬੈਸਟ ਐਗਜ਼ਾਮਪਲ ਹੈ ਦ ਰੇਪ ਆਫ ਦ ਲੋਕ ਠੀਕ ਹੈ ਪਤਾ ਹੀ ਹੋਏਗਾ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਵੀ ਸੀ ਰੇਪ ਆਫ ਦ ਲੋਕ ਬਹੁਤ ਲੰਬੀ ਪੋਇਮ ਆ ਹੁਣ ਤੁਸੀਂ ਸੋਚੋਗੇ ਇਹ ਜਾਂ ਕੀ ਹੋ ਗਿਆ ਰੇਪ ਵਰਡ ਯੂਜ਼ ਕੀਤਾ ਉਹਨਾਂ ਨੇ ਬਟ ਕਿਹਦੇ ਲਈ ਰੇਪ ਦਾ ਮਤਲਬ ਹੁੰਦਾ ਮਤਲਬ ਬਿਲਕੁਲ ਹੀ ਜਿਹੜਾ ਹੈ ਉਹਨਾਂ ਨੇ ਲੋਕ ਹੁੰਦੀ ਆ ਵਾਲਾਂ ਦੀ ਇੱਕ ਲੱਟ ਠੀਕ ਹੈ ਹੁਣ ਇਹਦੇ ਵਿੱਚ ਜਿਹੜੀ ਮੇਨ ਹੀਰੋਇਨ ਆ ਬਲਿੰਡਾ ਉਹ ਬਹੁਤ ਹੀ ਅਰਿਸਟੋਕ੍ਰੈਟ ਸੁਸਾਇਟੀ ਨੂੰ ਬਿਲੋਂਗ ਕਰਦੀ ਆ ਉਹਦਾ ਰਹਿਣਾ ਸਹਿਣਾ ਪਹਿਰਾਵਾ ਤੁਹਾਨੂੰ ਸਾਰਾ ਕੁਝ ਦੱਸੇਗਾ ਠੀਕ ਹੈ ਕਿ ਉਹ ਕਿੰਨੀ ਵੇਲੀ ਆ ਉਹ ਸਾਰਾ ਦਿਨ ਆਪਣੇ ਆਪ ਨੂੰ ਸ਼ਿੰਗਾਰਦੀ ਰਹਿੰਦੀ ਆ ਉਹਨੂੰ ਆਪਣੇ ਆਪ ਦੇ ਨਾਲ ਬਹੁਤ ਪਿਆਰ ਆ ਠੀਕ ਹੈ ਉਹਦੇ ਆਲੇ ਦੁਆਲੇ ਫਰਿਸ਼ਤੇ ਉਹਦੀ ਜਿਹੜੀ ਸੁਰੱਖਿਆ ਕਰ ਰਹੇ ਆ ਐਂਜਲਸ ਛੋਟੇ ਸਿਲਫਸ ਨਿੰਫਸ ਠੀਕ ਹੈ ਤੇ ਕੀ ਹੁੰਦਾ ਇੱਕ ਜਿਹੜਾ ਇੱਕ ਕੈਰੈਕਟਰ ਆਏਗਾ ਇਹਦੇ ਵਿੱਚ ਜਿਹੜਾ ਕਿ ਉਹਦੇ ਵਾਲਾਂ ਦੀ ਲੱਟ ਨੂੰ ਕੱਟ ਕੇ ਲੈ ਜਾਏਗਾ ਜੋ ਕਿ ਉਸ ਨੂੰ ਜਾਨ ਤੋਂ ਵੀ ਜ਼ਿਆਦਾ ਪਿਆਰੇ ਸੀ ਆਪਣੇ ਵਾਲ ਤਾਂ ਇਸ ਦੇ ਉੱਤੇ ਉਹਨਾਂ ਨੇ ਇੰਨਾ ਵੱਡਾ ਜਿਹੜਾ ਹੈ ਉਹ ਕਨਸੈਪਟ ਬਣਾਇਆ ਦ ਰੇਪ ਆਫ ਦਾ ਲੋਕ ਠੀਕ ਹੈ ਮਤਲਬ ਐਪਿਕ ਜਿਹੜੇ ਐਪਿਕ ਪੋਇਮ ਦੇ ਕੈਰੈਕਟਰਿਸਟਿਕਸ ਹੁੰਦੇ ਆ ਹੀਰੋਇਜ਼ਮ ਹੀਰੋਇਕ ਡੀਡਸ ਉਹਨਾਂ ਦਾ ਮਜ਼ਾਕੀਆ ਤਰੀਕੇ ਦੇ ਨਾਲ ਇੱਕ ਇੰਨੀ ਵੱਡੀ ਪੋਇਮ ਲਿਖਦੇ ਨੇ ਠੀਕ ਹੈ ਛੋਟੇ ਇਸ਼ੂਜ਼ ਨੂੰ ਬੜਾ ਬਣਾਉਣਾ ਓਕੇ ਜੋਨਾਥਨ ਸਵਿਫਟ ਇਜ਼ ਆਲਸੋ ਵੈਰੀ ਇੰਪੋਰਟੈਂਟ ਰਾਈਟਰ ਹੂ ਰੋਟ ਸਟਾਇਰ ਇਹਨਾਂ ਨੇ ਸਟਾਇਰ ਲਿਖੇ ਜਿੱਦਾਂ ਟੇਲ ਆਫ ਅ ਟਬ ਹੋ ਗਿਆ ਤੇ ਗੁਲੀਵਰਸ ਟਰੈਵਲ ਤੁਸੀਂ ਪੜ੍ਹ ਸਕਦੇ ਹੋ ਬਹੁਤ ਹੀ ਇੰਟਰਸਟਿੰਗ ਵਰਕ ਠੀਕ ਹੈ so this is all about Augustan age I hope it is clear to you ਹੁਣ ਤੁਹਾਨੂੰ ਡਿਫਰੈਂਸ ਵੀ ਪਤਾ ਲੱਗ ਗਿਆ ਹੋਵੇਗਾ ਕਿ ਜਿਹੜਾ ਆਪਣਾ ਰੀਸਟੋਰੇਸ਼ਨ ਲਿਟਰੇਚਰ ਤੇ ਨਿਓ ਕਲਾਸਿਕਲ ਲਿਟਰੇਚਰ ਦੇ ਵਿੱਚ ਮੇਜਰ ਡਿਫਰੈਂਸ ਕੀ ਆ ਹੈ ਨਾ ਨਾਓ ਲੁੱਕ ਐਟ ਦ ਏਜ ਆਫ ਜੌਨਸਨ
ਏਜ ਆਫ ਜੌਨਸਨ ਜਿਹੜੀ ਆ ਉਹ 1745 ਤੋਂ 1798 ਦੀ ਏਜ ਆ। ਇਹਦੇ ਵਿੱਚ 98 ਤੋਂ ਹੀ ਰੋਮੈਂਟਿਸਿਜ਼ਮ ਸ਼ੁਰੂ ਹੋਏਗਾ। ਅਗਲੀ ਸਲਾਈਡ ਦੇ ਵਿੱਚ ਆਪਾਂ ਗੱਲ ਕਰਾਂਗੇ ਨੈਕਸਟ ਏਜ। ਹੁਣ ਦੇਖੋ ਇਸ ਟਾਈਮ ਤੇ ਏਜ ਆਫ ਜੌਨਸਨ ਕਿਸ ਚੀਜ਼ ਲਈ ਫੇਮਸ ਆ, ਇੱਥੇ ਲਿਟਰੇਰੀ ਕ੍ਰਿਟਿਸਿਜ਼ਮ ਬਹੁਤ ਜ਼ਿਆਦਾ ਲਿਖਿਆ ਗਿਆ। ਜੇ ਤੁਹਾਡੇ ਹੁਣ ਪੇਪਰ ਦੀ ਗੱਲ ਕਰੀਏ, ਪੇਪਰ ਦੇ ਸਟਰਕਚਰ ਚੇਂਜ ਹੋਏਗਾ ਤਾਂ ਕ੍ਰਿਟਿਸਿਜ਼ਮ ਪੁੱਛਿਆ ਜਾ ਸਕਦਾ ਹੈ, ਤੇ ਅੱਜ ਕੱਲ ਕ੍ਰਿਟਿਸਿਜ਼ਮ ਦੇ ਵਿੱਚੋਂ ਕੁਐਸਚਨ ਵੀ ਬਹੁਤ ਜ਼ਿਆਦਾ ਬਣਦੇ ਆ। ਠੀਕ ਹੈ, ਤਾਂ ਲਿਟਰੇਰੀ ਕ੍ਰਿਟਿਸਿਜ਼ਮ ਸਭ ਤੋਂ ਜ਼ਿਆਦਾ ਜਿਹੜਾ ਬਰਥ ਹੈ ਉਹਦਾ ਏਜ ਆਫ ਜੌਨਸਨ ਦੇ ਵਿੱਚ ਜ਼ਿਆਦਾ ਲਿਖਿਆ ਗਿਆ। ਪ੍ਰਾਈਸ ਆਫ ਨੋਵਲ ਵੈਰੀ ਵੈਰੀ ਇੰਪੋਰਟੈਂਟ। ਹੁਣ ਇਸ ਤੋਂ ਪਹਿਲਾਂ ਕਿ ਨੋਵਲ ਨਹੀਂ ਲਿਖੇ ਜਾਂਦੇ ਸੀ, ਨੋ, ਦੇਖੋ ਨੋਵਲ ਇੱਕ ਫ੍ਰੀ ਫਾਰਮ ਹੈ ਪ੍ਰੋਜ਼ ਦੀ, ਪ੍ਰੋਜ਼ ਲਿਖੇ ਜਾਂਦੇ ਸੀ, ਪ੍ਰੋਜ਼ ਹੁੰਦੇ ਬਟ ਬਹੁਤ ਹੀ ਐਸੇ ਲਿਖੇ ਜਾਂਦੇ ਸੀ, ਐਸੇ ਦੀ ਲੈਂਥ ਛੋਟੀ ਹੁੰਦੀ ਆ, ਨੋਵਲ ਦੀ ਲੈਂਥ ਵੱਡੀ ਹੁੰਦੀ ਆ। ਹੁਣ ਲੋਕਾਂ ਨੇ ਨੋਵਲ ਲਿਖਣਾ ਸ਼ੁਰੂ ਕਰ ਦਿੱਤਾ, ਮਤਲਬ ਆਪਣੀ ਐਵਰੀਡੇ ਲਾਈਫ ਨੂੰ, ਹਿਊਮਨ ਜਿਹੜਾ ਹੈ ਕੈਰੈਕਟਰ ਬਣਾ ਕੇ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਸੀ ਥਰੂ ਨੋਵਲਸ। ਤਾਂ ਇਸ ਟਾਈਮ ਤੇ ਹੀ ਨੋਵਲ ਜੋਨਰੇ ਜਿਹੜਾ ਹੈ ਫਲਰਿਸ਼ ਹੋਇਆ। ਜਿੱਦਾਂ ਤੁਸੀਂ ਦੇਖ ਸਕਦੇ ਹੋ ਪੋਇਟਰੀ ਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਏਰਾ ਕਿਹੜਾ ਹੈ, ਰੋਮੈਂਟਿਕ ਏਜ ਦੇ ਵਿੱਚ ਪੋਇਟਰੀ ਬਹੁਤ ਲਿਖੀ ਜਾਏਗੀ। ਡਰਾਮਾ ਕਦੋਂ ਲਿਖਿਆ ਗਿਆ, ਐਲਿਜ਼ਾਬੈਥਨ ਏਜ ਦੇ ਵਿੱਚ। ਰੀਸਟੋਰੇਸ਼ਨ ਏਜ ਦੇ ਵਿੱਚ ਥੋੜਾ ਡਰਾਮਾ ਲਿਖਿਆ ਗਿਆ, ਉਸ ਤੋਂ ਪਹਿਲਾਂ ਤਾਂ ਡਰਾਮਾ ਬੰਦ ਹੀ ਕਰ ਦਿੱਤਾ ਸੀ, 11 ਸਾਲ ਕੋਈ ਡਰਾਮਾ ਨਹੀਂ ਆਇਆ। ਅਗਰ ਮੈਂ ਗੱਲ ਕਰਾਂ ਨੋਵਲ ਦੀ ਸਭ ਤੋਂ ਇੰਪੋਰਟੈਂਟ ਏਜ ਕਿਹੜੀ ਆ, ਉਹ ਏਜ ਆਫ ਜੌਨਸਨ ਜਾਂ ਨਿਓ ਕਲਾਸਿਕਲ ਏਜ ਆ, ਜਦੋਂ ਨੋਵਲ ਲਿਖਣੇ ਸ਼ੁਰੂ ਕੀਤੇ। ਠੀਕ ਹੈ, ਟ੍ਰਾਂਜ਼ਿਸ਼ਨ ਏਜ, ਇਹ ਬਹੁਤ ਹੀ ਜ਼ਿਆਦਾ ਟ੍ਰਾਂਜ਼ਿਸ਼ਨ ਵਾਲੀ ਏਜ ਹੈ, ਤੁਹਾਨੂੰ ਸ਼ਿਫਟ ਦੇਖਣ ਨੂੰ ਮਿਲੇਗਾ। ਸੈਮੂਅਲ ਜੌਨਸਨ, ਓਲੀਵਰ ਗੋਲਡਸਮਿਥ ਦਾ ਤੁਸੀਂ ਵਿਕਾਰ ਆਫ ਵੇਕਫੀਲਡ ਪੜ੍ਹ ਸਕਦੇ ਹੋ, ਐਡਵਰਡ ਗਿਬਨ, ਇਹ ਇਸਦੇ ਫੇਮਸ ਜਿਹੜੇ ਆ ਉਹ ਰਾਈਟਰ ਆ। ਹੋਰ ਜੇ ਤੁਹਾਨੂੰ 4 ਪਿਲਰਸ ਆਫ ਨੋਵਲ ਪੁੱਛ ਲਿਆ ਜਾਵੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਬਹੁਤ ਸਾਰੇ ਨੋਵਲਿਸਟ ਇਸ ਟਾਈਮ ਤੇ ਫੇਮਸ ਹੋਏ, ਜਿੱਦਾਂ ਕਿ ਆਪਣੇ ਕੋਲ ਹੈਗਾ ਹੈਨਰੀ ਫੀਲਡਿੰਗ, ਸੈਮੂਅਲ ਰਿਚਰਡਸਨ, ਹੈ ਨਾ, ਤੇ ਇਸ ਤੋਂ ਬਿਨਾ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਜਿਹੜੇ ਨੋਵਲਿਸਟ ਨੇ, ਉਹ ਤੁਸੀਂ ਜਿਹੜਾ ਹੈ ਉਹ ਦੇਖ ਸਕਦੇ ਹੋ। ਇਸੇ ਟਾਈਮ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਸੀ ਆਪਣਾ। ਹਾਂਜੀ, ਨਾਓ ਨੈਕਸਟ ਏਜ ਇਜ਼ ਰੋਮੈਂਟਿਕ ਏਜ। ਹੁਣ ਰੋਮੈਂਟਿਕ ਵਰਡ ਨੂੰ ਲੈ ਕੇ ਬਹੁਤ ਸਾਰੇ ਮਿਸਕਨਸੈਪਸ਼ਨ ਆ। ਰੋਮੈਂਟਿਕ ਏਜ ਦਾ ਮਤਲਬ ਹਮੇਸ਼ਾ ਲਵ ਅਫੇਅਰਸ ਨਹੀਂ ਹੁੰਦਾ। ਵਾਟ ਇਜ਼ ਮੀਨਿੰਗ ਆਫ ਰੋਮੈਂਟਿਕ ਇਨ ਲਿਟਰੇਚਰ? ਰੋਮੈਂਟਿਕ ਦਾ ਮਤਲਬ ਹੈ ਲਵ ਵਿਦ ਨੇਚਰ। ਠੀਕ ਹੈ, ਜਿਹਦੇ ਨਾਲ ਆਪਾਂ ਨੂੰ ਸਕੂਨ ਮਿਲਦਾ ਹੈ, ਉਸਨੂੰ ਰੋਮੈਂਟਿਕ ਲਿਟਰੇਚਰ ਬੋਲਿਆ ਜਾਂਦਾ ਹੈ। ਇਸ ਰੋਮੈਂਟਿਕ ਲਿਟਰੇਚਰ ਦੇ ਵਿੱਚ 3 ਚੀਜ਼ਾਂ ਮੈਟਰ ਕਰਨਗੇ, ਇੱਕ ਇੰਡੀਵਿਜੁਅਲਿਟੀ, ਇੱਕ ਫਰੀडम, ਇੱਕ ਲਿਬਰਟੀ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਜਿਹੜੇ ਲਿਟਰੇਚਰ ਦੇ ਵਿੱਚ ਆਈਆਂ ਉਸਨੂੰ ਆਪਾਂ ਰੋਮੈਂਟਿਕ ਲਿਟਰੇਚਰ ਬੋਲ ਦਿੰਦੇ ਆ। ਇਮੈਜੀਨੇਸ਼ਨ ਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਮਿਲੀ ਇੱਥੇ। ਠੀਕ ਹੈ, ਆਪਣੇ ਹੀ ਖਿਆਲਾਂ ਦੇ ਵਿੱਚ ਖੋ ਜਾਣਾ, ਉਹ ਰੋਮੈਂਟਿਸਿਜ਼ਮ ਆ। okay, now what is meaning of what is historical background of this age? ਹੁਣ ਇਹ ਏਜ ਸ਼ੁਰੂ ਕਦੋਂ ਹੋਈ ਉਹ ਵੀ ਤੁਹਾਨੂੰ ਦੱਸੂਗੀ। ਦੇਖੋ ਪਹਿਲਾਂ ਟਾਈਮਲਾਈਨ ਦੇਖ ਲਓ, 1798 to 1832, ਬਟ ਕੁਝ ਬੁੱਕਸ ਦੇ ਵਿੱਚ ਇਹ 1850 ਹੋਏਗਾ, ਕਿਉਂਕਿ 1850 ਦੇ ਵਿੱਚ ਵਿਲੀਅਮ ਵਰਡਸਵਰਥ ਦੀ ਡੈਥ ਹੁੰਦੀ ਆ, ਤਾਂ ਕਿਹਾ ਜਾਂਦਾ ਹੈ ਕਿ ਵਿਲੀਅਮ ਵਰਡਸਵਰਥ ਦੀ ਡੈਥ ਤੇ ਹੀ ਏਜ ਹੈ ਜਿਹੜੀ ਖਤਮ ਹੋ ਰਹੀ ਹੈ। ਹਾਂਜੀ, ਹਿਸਟੋਰੀਕਲ ਬੈਕਗਰਾਉਂਡ ਇਵੈਂਟ ਯਾਦ ਰੱਖਣੇ, ਇੱਕ ਤਾਂ ਫ੍ਰੈਂਚ ਰੈਵੋਲੂਸ਼ਨ ਹੋ ਰਿਹਾ ਸੀ ਫਰਾਂਸ ਦੇ ਵਿੱਚ। ਜਦੋਂ ਵੀ ਕੋਈ ਚੀਜ਼ ਕਿਤੇ ਵੀ ਰੈਵੋਲੂਸ਼ਨ ਹੁੰਦਾ, ਉਹਦਾ ਕਿਤੇ ਨਾ ਕਿਤੇ ਇਨਫਲੂਐਂਸ ਆਉਂਦਾ ਹੀ ਹੈ ਰਾਈਟਿੰਗਸ ਤੇ। ਉਹ ਫ੍ਰੈਂਚ ਰੈਵੋਲੂਸ਼ਨ ਜਿਹੜਾ ਹੈ ਉਹਦੇ ਵਿੱਚ ਲੋਕਾਂ ਨੇ ਆਜ਼ਾਦੀ ਦੇ ਲਈ, ਲਿਬਰਟੀ ਦੇ ਲਈ, ਇੰਡੀਵਿਜੁਅਲਿਟੀ ਦੇ ਲਈ ਲੜਾਈ ਕੀਤੀ, ਤੇ ਉਹੀ ਜਿਹੜਾ ਹੈ ਪੁਆਇੰਟਸ, ਉਹੀ ਕੰਟੈਂਟ, ਉਹੀ ਸਾਰੇ ਫੀਚਰਸ ਤੁਹਾਨੂੰ ਰੋਮੈਂਟਿਕ ਪੋਇਟਰੀ ਦੇ ਵਿੱਚ ਦੇਖਣ ਨੂੰ ਮਿਲਣਗੇ। ਠੀਕ ਹੈ, ਇੰਡਸਟਰੀਅਲ ਰੈਵੋਲੂਸ਼ਨ ਆ ਗਿਆ ਸੀ, ਹਲੇ ਇੰਗਲੈਂਡ ਦੇ ਵਿੱਚ ਇੰਨਾ ਇੰਡਸਟਰੀਅਲਾਈਜੇਸ਼ਨ ਨਹੀਂ ਆਇਆ, ਬਟ ਆਉਣ ਵਾਲੀ ਅਗਲੀ ਸੈਂਚਰੀ ਦੇ ਵਿੱਚ ਜਿਹੜਾ ਹੈ ਉਹ ਇੰਡਸਟਰੀਅਲਾਈਜੇਸ਼ਨ ਆ ਜਾਏਗਾ। ਠੀਕ ਹੈ, ਸੋ ਦਿਸ ਇਜ਼ ਹਿਸਟੋਰੀਕਲ ਬੈਕਗਰਾਉਂਡ ਆਫ ਰੋਮੈਂਟਿਕ ਏਜ। ਨਾਓ what are the major characteristics of romantic age? characteristics ਕੀ ਆ? ਦੇਖੋ ਇਸ ਟਾਈਮ ਤੇ ਇਮੈਜੀਨੇਸ਼ਨ ਪ੍ਰੈਫਰ ਕੀਤੀ ਜਾਂਦੀ ਸੀ, ਨੇਚਰ, ਇਮੋਸ਼ਨ, ਇੰਡੀਵਿਜੂਅਲਿਜ਼ਮ। ਇਵੇਂ ਤੁਹਾਨੂੰ ਦੱਸ ਦਿੱਤਾ, ਇਹਨਾਂ ਦਾ ਮੋਟੋ ਸੀ ਰਿਟਰਨ ਟੂ ਨੇਚਰ। ਹੁਣ ਇਹ ਕਿਉਂ ਹੋਇਆ ਐਵੇਂ ਦੇ, ਮਤਲਬ ਕੀ ਹੋਇਆ ਸੀ? ਹੁਣ ਮੈਂ ਤੁਹਾਨੂੰ ਹਰੇਕ ਚੀਜ਼ ਦੱਸੀ ਆ ਕਿ ਜਦੋਂ ਰੀਸਟੋਰੇਸ਼ਨ ਏਜ ਆਈ, ਸੌਰੀ ਸਭ ਤੋਂ ਪਹਿਲਾਂ ਜਦੋਂ ਕਾਮਨਵੈਲਥ ਤੋਂ ਆਪਾਂ ਸ਼ੁਰੂ ਕਰਦੇ ਹਾਂ। ਚਲੋ, ਕਾਮਨਵੈਲਥ ਜਾਂ ਪਿਊਰਿਟਨ ਪੀਰੀਅਡ ਦੇ ਵਿੱਚ ਬਹੁਤ ਰੂਲ ਰੈਗੂਲੇਸ਼ਨ ਸੀ। ਉਸ ਤੋਂ ਬਾਅਦ ਕਿੱਦਾਂ ਦੀ ਏਜ ਆਈ ਜਿਹਦੇ ਵਿੱਚ ਕੋਈ ਰੂਲ ਐਂਡ ਰੈਗੂਲੇਸ਼ਨ ਨਹੀਂ, ਥੀਏਟਰ ਖੁੱਲ ਗਏ, ਹੈ ਨਾ, ਰਿਐਕਸ਼ਨ। ਫਿਰ ਥੀਏਟਰ ਖੁੱਲ ਗਏ, ਫਿਰ ਲੋਕਾਂ ਨੇ ਕੁਝ ਵੀ ਲਿਖਣਾ ਸ਼ੁਰੂ ਕਰ ਦਿੱਤਾ, ਵਲਗੈਰਿਟੀ ਵਾਜ਼ ਔਨ ਦਾ ਪੀਕ।
है ना। फिर ਉਹਦਾ ਰਿਐਕਸ਼ਨ ਕੀ ਆਇਆ, ਨਿਓ ਕਲਾਸੀਕਲ, ਕਿ ਤੁਸੀਂ ਕੀ ਪੜ੍ਹਾਈ ਜਾਂਦੇ ਹੋ, ਕੀ ਪੜ੍ਹੀ ਜਾਂਦੇ ਹੋ, ਤੇ ਆਪਾਂ ਜਿਹੜਾ ਹੈ ਕਲਾਸੀਕਲ ਰਾਈਟਰਸ ਨੂੰ ਦੁਬਾਰਾ ਫੋਲੋ ਕਰੀਏ। ਠੀਕ ਹੈ, ਫਿਰ ਉਹਨਾਂ ਨੇ ਸਟਰੋਂਗ ਵੋਕੈਬਲਰੀ, ਉਹੀ ਭਾਰੀ ਭਰਕਮ ਜੋ ਵੀ ਉਹਨਾਂ ਦਾ ਸਟਾਈਲ ਹੁੰਦਾ ਸੀ ਰਾਈਟਿੰਗ ਦਾ, ਬਹੁਤ ਹੀ ਡਿਫਰੈਂਟ ਹੋਣ ਲੱਗ ਗਿਆ। ਹੁਣ ਰੋਮਾਂਟਿਕ ਏਜ ਦੇ ਵਿੱਚ ਕੁਝ ਲੋਕਾਂ ਨੂੰ ਇੱਦਾਂ ਲੱਗਿਆ ਕਿ ਜਿਹੜਾ ਲਿਟਰੇਚਰ ਹੈ ਨਿਓ ਕਲਾਸੀਕਲ ਲਿਟਰੇਚਰ, ਉਹ ਕਾਮਨ ਮੈਨ ਦੇ ਲਈ ਨਹੀਂ ਬਣਿਆ, ਤੇ ਨਾ ਹੀ ਕੋਈ ਸਾਧਾਰਨ ਵਿਅਕਤੀ ਉਹਨੂੰ ਪੜ੍ਹ ਸਕਦਾ ਹੈ। ਸੋ ਵੀ ਨੀਡ ਲਿਟਰੇਚਰ ਫॉर ਕਾਮਨ ਮੈਨ, ਸਾਨੂੰ ਆਪਣੇ ਲਈ ਇੱਕ ਲਿਟਰੇਚਰ ਚਾਹੀਦਾ ਹੈ। ਫਿਰ ਇਹਨਾਂ ਨੇ ਸੋਚਿਆ ਕਿ ਵੀ ਵਿਲ ਰਿਟਰਨ ਟੂ ਨੇਚਰ, ਆਪਾਂ ਨੇਚਰ ਕੋਲ ਜਾਂਦੇ ਹਾਂ, ਤੇ ਨੇਚਰ ਦੇ ਵਿੱਚ ਹੀ ਸਾਨੂੰ ਜਿਹੜਾ ਹੈ ਉਹ ਇੰਡੀਵਿਜੁਅਲਿਟੀ, ਇਮੈਜੀਨੇਸ਼ਨ, ਇਹ ਸਾਰੀਆਂ ਚੀਜ਼ਾਂ ਮਿਲਣਗੀਆਂ। ਠੀਕ ਹੈ, ਇਸ ਕਰਕੇ ਰੋਮਾਂਟਿਕ ਏਜ ਆਈ। ਰੋਮਾਂਟਿਕ ਏਜ ਵਾਜ਼ ਅ ਰਿਐਕਸ਼ਨ ਆਫ ਨਿਓ ਕਲਾਸੀਕਲ ਏਜ। ਠੀਕ ਹੈ, ਜਿੱਦਾਂ ਨਿਓ ਕਲਾਸੀਕਲ ਬੋਲਦੇ ਸੀ ਕਿ ਤੁਸੀਂ ਸਟ੍ਰਿਕਟ ਰੂਲਸ ਫੋਲੋ ਕਰੋ, ਤੁਸੀਂ ਕਲਾਸਿਸਿਜ਼ਮ ਨੂੰ ਫੋਲੋ ਕਰੋ, ਤੁਹਾਡੀ ਰਾਈਟਿੰਗ ਜਿਹੜੀ ਆ ਕੰਪਲੈਕਸ ਹੋਣੀ ਚਾਹੀਦੀ ਆ, ਯੂ ਨੀਡ ਟੂ ਰਾਈਟ ਅ ਸਟਰੋਂਗ ਵੋਕੈਬਲਰੀ। ਅਗਰ ਤੁਸੀਂ ਇੱਕ ਪੋਇਟ ਹੋ ਤਾਂ ਤੁਹਾਡਾ ਦਿਮਾਗ ਇੰਟੈਲੈਕਟ ਵਾਲਾ ਹੋਣਾ ਚਾਹੀਦਾ। ਬਟ ਰੋਮਾਂਟਿਕ ਰਾਈਟਰਸ ਇਹ ਗੱਲ ਨੂੰ ਨਹੀਂ ਮੰਨਦੇ ਸੀ। ਉਹ ਕਹਿੰਦੇ ਸੀ ਕਿ ਤੁਸੀਂ ਅਗਰ ਲਿਟਰੇਚਰ ਲਿਖ ਰਹੇ ਹੋ ਤਾਂ ਤੁਹਾਡੇ ਕੋਲ ਜਿਹੜੀ ਹੈ ਨੇਚਰ ਦੀ ਲੈਬ ਹੋਣੀ ਚਾਹੀਦੀ ਹੈ। ਦੂਸਰਾ, ਤੁਸੀਂ ਇਮੋਸ਼ਨਲ ਹੋਣੇ ਚਾਹੀਦੇ ਹੋ। ਤਾਂ ਤੀਸਰਾ, ਤੁਹਾਡੇ ਕੋਲ ਇਮੈਜੀਨੇਸ਼ਨ ਸਟਰੋਂਗ ਹੋਣੀ ਚਾਹੀਦੀ ਆ, ਤੇ ਤੁਹਾਡੀ ਇੰਡੀਵਿਜੁਅਲਿਟੀ ਤੁਹਾਡੀ ਰਾਈਟਿੰਗ ਦੇ ਵਿੱਚੋਂ ਨਜ਼ਰ ਆਣੀ ਚਾਹੀਦੀ ਆ। ਤੇ ਕੋਈ ਰਾਈਟਿੰਗ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਵਿਚ ਇਜ਼ ਗੁੱਡ ਫॉर ਮੈਨ। ਠੀਕ ਹੈ, ਕਾਮਨ ਮੈਨ, ਜਿਹੜੀ ਕਿ ਕਾਮਨ ਮੈਨ ਦੇ ਲਈ ਬਹੁਤ ਚੰਗੀ ਹੋਵੇ, ਉਹਨੂੰ ਪੜ੍ਹ ਸਕੇ। ਠੀਕ ਹੈ, ਨਾਓ ਹੁਣ ਇਸ ਟਾਈਮ ਤੇ ਕੀ ਹੋਇਆ, ਸਾਡੇ ਕੋਲ ਦੋ ਜਿਹੜੇ ਆ ਉਹ ਜਨਰੇਸ਼ਨਸ ਆਈਆਂ। ਠੀਕ ਹੈ, ਇੱਕ ਆਪਣੇ ਕੋਲ ਹੈਗੀ ਆ ਫਸਟ ਜਨਰੇਸ਼ਨ, ਦੂਸਰੀ ਆਪਣੇ ਕੋਲ ਆਏਗੀ ਸੈਕੰਡ ਜਨਰੇਸ਼ਨ ਆਫ ਰੋਮਾਂਟਿਕ ਪੋਇਟ। ਹੁਣ ਇੱਥੇ ਪੋਇਟਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਫੇਮਸ ਹੋਈ, ਤੇ ਡਾਇਰੈਕਟ ਇੰਪੈਕਟ ਕਿਹਦਾ ਆ ਰਿਹਾ ਹੈ, ਡਾਇਰੈਕਟ ਇੰਪੈਕਟ ਆ ਰਿਹਾ ਹੈ ਫ੍ਰੈਂਚ ਰੈਵੋਲੂਸ਼ਨ ਦਾ। ਠੀਕ ਹੈ, ਜੋ ਫਰਾਂਸ ਦੇ ਵਿੱਚ ਹੋ ਰਿਹਾ ਹੈ, ਉਹਦਾ ਹੀ ਇਨਫਲੂਐਂਸ ਜਿਹੜਾ ਹੈ ਇਹਨਾਂ ਦੀ ਪੋਇਟਰੀਜ਼ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ। ਠੀਕ ਹੈ, ਫਰਾਂਸ ਜਿਹੜੇ ਨੇ, ਇਹ ਦੋਨੋਂ ਦੇਸ਼ ਕੋਲ ਕੋਲ ਨੇ, ਤੇ ਇਹਨਾਂ ਦੋਨਾਂ ਦੇਸ਼ ਦੇ ਵਿੱਚ ਅਗਰ ਇੱਕ ਦੇਸ਼ ਦੇ ਵਿੱਚ ਕੁਝ ਹੋ ਰਿਹਾ ਹੈ, ਰਿਵੋਲਟ ਵਗੈਰਾ, ਤਾਂ ਦੂਸਰੇ ਦੇਸ਼ ਦੇ ਲੋਕਾਂ ਤੱਕ ਵੀ ਪਹੁੰਚੇਗਾ ਹੀ ਪਹੁੰਚੇਗਾ। ਫਸਟ ਜਨਰੇਸ਼ਨ ਦੇ ਵਿੱਚ ਆਪਣੇ ਕੋਲ ਆਣਗੇ ਵਿਲੀਅਮ ਵਰਡਸਵਰਥ। ਫਿਰ ਆਪਣੇ ਕੋਲ ਦੂਸਰੇ ਹੈ ਐਸ.ਟੀ. ਕੋਲਰਿਜ, and third we have Robert Southey. मैं ਤੁਹਾਨੂੰ ਇੱਕ ਲਿਟਰੇਰੀ ਟਰਮ ਵੀ ਦੱਸੂਗੀ, ਪਹਿਲਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਧਰ ਆਪਣੇ ਕੋਲ ਹੈਗੇ ਆ ਪੀ.ਬੀ. ਸ਼ੈਲੇ, ਫਿਰ ਆਪਣੇ ਕੋਲ ਹੈ ਲॉर्ड ਬਾਇਰਨ, ठीक है, then we have John Keats। ओके, ਤਾਂ ਇਹ ਫਸਟ ਜਨਰੇਸ਼ਨ ਦੇ ਨੇ, ਇੱਧਰ ਸੈਕੰਡ ਜਨਰੇਸ਼ਨ ਦੇ ਨੇ। ਓਕੇ, ਤੇ ਵਿਲੀਅਮ ਬਲੇਕ ਇਹਨਾਂ ਦੇ ਪ੍ਰੀਡਿਸੈਸਰ, ਉਹ ਇਹਨਾਂ ਤੋਂ ਪਹਿਲਾਂ ਆਏ। ਉਹਨਾਂ ਨੂੰ ਕਿਉਂ ਮੰਨਿਆ ਜਾਂਦਾ ਰੋਮਾਂਟਿਕ ਪੋਇਟ, ਕਿਉਂਕਿ ਉਹਨਾਂ ਤੋਂ ਹੀ ਰੋਮਾਂਟਿਸਿਜ਼ਮ ਦੀ ਥੋੜੇ ਐਲੀਮੈਂਟ ਸ਼ੁਰੂ ਹੋਏ ਸੀ। ਉਹਨਾਂ ਨੇ ਹੀ ਜਿਹੜਾ ਹੈ ਹਟ ਕੇ ਲਿਖਣਾ ਸ਼ੁਰੂ ਕੀਤਾ ਸੀ ਨਿਊ ਕਲਾਸੀਕਲ ਰਾਈਟਰਸ ਤੋਂ। ਉਹਨਾਂ ਦੀ ਪੋਇਟਰੀ ਦੇ ਵਿੱਚ ਵੀ ਤੁਹਾਨੂੰ ਰੋਮਾਂਟਿਸਿਜ਼ਮ ਦੇਖਣ ਨੂੰ ਮਿਲੇਗਾ। ਹੁਣ ਇੱਕ ਚੀਜ਼ ਹੋਰ ਜਿਹੜੀ ਤੁਸੀਂ ਯਾਦ ਰੱਖਣੀ ਆ ਇਹ ਟਰਮਨੋਲੋਜੀ ਲਈ, ਲਿਟਰੇਰੀ ਟਰਮ ਜਿੱਦਾਂ ਤੁਹਾਨੂੰ ਆਉਂਦੀ ਹੈ, ਉਹ ਚੀਜ਼ ਹੈ ਇਹਨਾਂ ਤਿੰਨਾਂ ਪੋਇਟਸ ਨੂੰ ਲੇਕ ਪੋਇਟਸ ਬੋਲਿਆ ਗਿਆ। ਹੁਣ ਇਹ ਨਹੀਂ ਹੈ ਕਿ ਇਹ ਲੇਕ ਦਾ ਮਤਲਬ ਜਿਹੜੀ ਸੁਖਨਾ ਲੇਕ ਹੈ ਉਹਦਾ ਨਹੀਂ ਹੈ। ਲੇਕ ਇਜ਼ ਅ ਸਿਟੀ ਇਨ ਇੰਗਲੈਂਡ, ਬਿਊਟੀਫੁਲ ਸਿਟੀ ਇਨ ਇੰਗਲੈਂਡ। ਇਹ ਸਿਟੀ ਹੈ ਇੰਗਲੈਂਡ ਦੇ ਵਿੱਚ ਇੱਕ ਬਹੁਤ ਸੋਹਣੀ, ਤੇ ਹੁਣ ਇਹਨਾਂ ਨੂੰ ਲੇਕ ਪੋਇਟ ਇਸ ਲਈ ਬੋਲਿਆ ਜਾਂਦਾ ਹੈ ਕਿਉਂਕਿ ਇਹ ਉਸ ਸਿਟੀ ਦੇ ਵਿੱਚ ਰਹਿੰਦੇ ਸੀ। ਠੀਕ ਹੈ, ਦੈਟਸ ਵਾਈ ਦੇ ਆਰ ਨੋਨ ਐਜ਼ ਲੇਕ ਪੋਇਟਸ। ਠੀਕ ਹੈ, I hope this is clear।
ਹੁਣ ਇਹਨਾਂ ਰਾਈਟਰਸ ਨੇ ਫ੍ਰੈਂਚ ਰੈਵੋਲੂਸ਼ਨ ਦੇ ਥੀਮਸ ਨੂੰ ਲਿਖਣਾ ਸ਼ੁਰੂ ਕੀਤਾ ਤੇ ਜਿਹੜਾ ਆਪਣਾ ਰੋਮਾਂਟਿਕ ਲਿਟਰੇਚਰ ਹੈ ਉਹਦੀ ਸ਼ੁਰੂਆਤ ਹੀ ਵਿਲੀਅਮ ਵਰਡਸਵਰਥ ਐਂਡ ਐਸ.ਟੀ. ਕੋਲਰਿਜ ਦੇ ਵਰਕ ਤੋਂ ਹੁੰਦੀ ਆ। ਉਹ ਕਿਹੜਾ ਵਰਕ ਹੈ ਵਿਲੀਅਮ ਵਰਡਸਵਰਥ ਤੇ ਐਸ.ਟੀ. ਕੋਲਰਿਜ ਦਾ? ਵਰਕ ਦਾ ਨੇਮ ਹੈ ਲਿਰਿਕਲ बैलेट्स। ठीक है, लिरिकल बैलेट्स एक जॉइंट वर्क है एस.टी. कोलरिज एंड विलियम वर्ड्सवर्थ का। इस दे विच टोटल 23 पोएम्स आ। 18 पोएम्स 19 और 18 पोएम्स आर रिटन बाय विलियम वर्ड्सवर्थ एंड 4 पोएम्स आर रिटन बाय एस.टी. कोलरिज। ठीक है, ਜਿਹੜੀ ਇਹਦੀ ਸ਼ੁਰੂਆਤ ਹੈ ਉਹ ਰਾਈਮ ਆਫ ਐਂਸ਼ੀਐਂਟ ਮਰੀਨਰ ਤੋਂ ਹੁੰਦੀ ਆ। ਲਾਸਟ ਪੋਇਮ ਹੈ ਟਿੰਟਰਨ ਐਵੇ ਬਾय ਵਿਲੀਅਮ ਵਰਡਸਵਰਥ। ਤਾਂ ਇਹ ਵੀ ਬਹੁਤ ਇੰਪੋਰਟੈਂਟ ਹੈ। ਦੇਖੋ 1798 ਦੇ ਵਿੱਚ ਵਿਲੀਅਮ ਵਰਡਸਵਰਥ ਨੇ ਲਿਰਿਕਲ ਬੈਲੇਡਸ ਲਿਖੀਆਂ। ਹੁਣ ਇਹ ਬੈਲੇਡਸ ਕੀ ਆ? ਲਿਰਿਕਲ ਬੈਲੇਡਸ ਇੱਕ ਕਲੈਕਸ਼ਨ ਆ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਪੋਇਮਸ ਸੀ, ਅਲੱਗ-ਅਲੱਗ ਪੋਇਮਸ। ਠੀਕ ਹੈ, ਟੋਟਲ 23 ਪੋਇਮਸ ਆ। ਤੇ ਵਿਲੀਅਮ ਵਰਡਸਵਰਥ ਵਾਂਟਸ ਟੂ ਕਨਵੇ ਦਾ ਆਈਡੀਆ ਡੈਟ ਨੈਚੁਰਲ ਚੀਜ਼ਾਂ ਜਿਹੜੀਆਂ ਨੇ, ਪੋਇਟਰੀ ਆ ਜਿਹੜੀ ਉਹਦੀ ਲੈਂਗੁਏਜ ਕੋਮਨ ਹੋਣੀ ਚਾਹੀਦੀ ਆ। ਇਹ ਨਹੀਂ ਹੈ ਵੀ ਤੁਸੀਂ ਬਹੁਤ ਜ਼ਿਆਦਾ ਵੱਡੀ ਵੋਕੈਬਲਰੀ ਉਹਦੇ ਵਿੱਚ ਯੂਜ਼ ਕਰੋ। ਯੂ ਨੀਡ ਕਿ ਪੋਇਟਰੀ ਲਿਖੋ ਬਟ ਉਹ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੋਣੀ ਚਾਹੀਦੀ ਹੈ, ਬਹੁਤ ਹੀ ਜ਼ਿਆਦਾ ਮਤਲਬ ਇੱਦਾਂ ਦੀ ਪੋਇਟਰੀ ਲਿਖੋ ਜਿਹਨੂੰ ਹਰ ਕੋਈ ਬੰਦਾ ਪੜ੍ਹ ਕੇ ਰਿਲੇਟ ਕਰ ਸਕੇ। ਠੀਕ ਹੈ, ਫਿਰ ਕੀ ਹੋਇਆ ਜਦੋਂ ਇਹਨਾਂ ਨੇ ਇਹ ਪੋਇਮ ਪਬਲਿਸ਼ ਕਰਵਾਈ ਦੋਨਾਂ ਨੇ, ਦੈਨ ਇੱਦਾਂ ਤਾਂ ਹੈ ਨਹੀਂ ਵੀ ਹੁਣ ਜਦੋਂ ਇੱਕ ਏਜ ਖਤਮ ਹੋਈ ਤਾਂ ਸਾਰੇ ਨਿਊ ਕਲਾਸੀਕਲ ਰਾਈਟਰ ਖਤਮ ਹੋ ਜਾਣਗੇ। ਨਹੀਂ ਨਾ ਕੋਈ ਦਿਮਾਗ ਨਿਊ ਕਲਾਸੀਕਲ ਤਾਂ ਜਿਉਂਦਾ ਹੀ ਹੋਏਗਾ ਨਾ। ਤਾਂ ਕੁਝ ਕੁ ਨਿਊ ਕਲਾਸੀਕਲ ਇੰਟੈਲੈਕਟ ਨੇ ਇਹਦਾ ਬਹੁਤ ਜ਼ਿਆਦਾ ਵਿਦਰੋਹ ਕੀਤਾ। ਕਿਹਾ ਵੀ ਇਹ ਕੀ ਪੋਇਟਰੀ ਆ, ਇਹਦੇ ਵਿੱਚ ਬਿਲਕੁਲ ਸਧਾਰਨ ਭਾਸ਼ਾ ਦੇ ਵਿੱਚ ਤੁਸੀਂ ਪੋਇਮ ਲਿਖਤੀ, ਇਹ ਕੋਈ ਲੈਵਲ ਹੈ? ਅਗਰ ਤੁਸੀਂ ਪੋਇਟ ਹੋ ਤਾਂ ਤੁਹਾਨੂੰ ਵੋਕੈਬ ਅੱਛੀ ਯੂਜ਼ ਕਰਨੀ ਚਾਹੀਦੀ ਹੈ। ਵਾਟ ਇਜ਼ ਡਿਫਰੈਂਸ ਬਿਟਵੀਨ ਕਾਮਨ ਮੈਨ ਐਂਡ ਪੋਇਟ? ਅਗਰ ਤੁਸੀਂ ਇੱਦਾਂ ਦੀਆਂ ਪੋਇਮਸ ਲਿਖਣੀਆਂ ਨੇ। ਦੈਨ ਵਿਲੀਅਮ ਵਰਡਸਵਰਥ ਰੋਟ ਅ ਪ੍ਰੀਫੇਸ ਟੂ ਲਿਰਿਕਲ ਬੈਲੇਡਸ। ਹੁਣ ਫਿਰ ਇਹਨਾਂ ਨੇ ਪ੍ਰੀਫੇਸ ਟੂ ਲਿਰਿਕਲ ਬੈਲੇਡ ਲਿਖਿਆ। ਹੁਣ ਤੁਸੀਂ ਸੋਚੋਗੇ ਪ੍ਰੀਫੇਸ ਕੀ ਹੁੰਦਾ ਹੈ? ਪ੍ਰੀਫੇਸ ਹੁੰਦਾ ਹੈ ਜਿਵੇਂ ਇੰਟਰੋਡਕਸ਼ਨ, ਇੱਕ ਪੈਰਾਗ੍ਰਾਫ ਜਿਹਦੇ ਵਿੱਚ ਉਹ ਦੱਸਦੇ ਆ ਕਿ ਅਸੀਂ ਇਹ ਪੋਇਮੀ ਜਾਂ ਅਸੀਂ ਇਹ ਕਿਤਾਬ ਕਿਉਂ ਲਿਖੀ। ਠੀਕ ਹੈ, he wrote in 1800 preface to lyrical ballad। preface to lyrical ballads ਦੇ ਉੱਤੇ ਵੀ ਕੁਐਸਚਨ ਬਣ ਜਾਂਦਾ ਹੈ ਜੇ ਪਬਲਿਸ਼ਿੰਗ ਈਅਰ ਤੇ। ਠੀਕ ਹੈ, preface to lyrical ballads ਦੇ ਵਿੱਚ ਇਹਨਾਂ ਨੇ ਖੁਦ ਨੂੰ ਜਸਟੀਫਾਈ ਕੀਤਾ ਕਿ ਮੈਂ ਇਹ ਪੋਇਮਸ ਕਿਉਂ ਲਿਖੀਆਂ। ਤੇ ਇਹਨਾਂ ਨੇ ਇੱਕ ਕੋਟੇਸ਼ਨ, ਬਹੁਤ ਹੀ ਇੰਪੋਰਟੈਂਟ ਕੋਟੇਸ਼ਨ ਬੋਲੀ ਸੀ, that poetry is a spontaneous overflow of powerful feelings and emotion। ਠੀਕ ਹੈ, ਜਿਹੜਾ ਕਿ ਕੰਟੀਨਿਊਸਲੀ ਆਉਂਦਾ ਰਹਿੰਦਾ ਹੈ। ਇਹ ਨਹੀਂ ਹੈ ਕਿ ਪੋਇਟਰੀ ਦੇ ਵਿੱਚ ਤੁਸੀਂ ਦਿਮਾਗ ਲਗਾ ਕੇ ਸੋਚੋ ਕਿ ਇੱਥੇ ਆਪਾਂ ਕਿਹੜਾ ਵਰਡ ਯੂਜ਼ ਕਰੀਏ, ਐਵੇਂ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਪੋਇਟ ਹੋ, ਤੁਸੀਂ ਪੋਇਟਰੀ ਲਿਖ ਰਹੇ ਹੋ ਤਾਂ ਵਰਡਸ ਖੁਦ ਤੁਹਾਡੇ ਕੋਲ ਆਉਂਦੇ ਆ ਕਿਉਂਕਿ ਤੁਸੀਂ ਕੋਈ ਸੀਨ ਦੇਖਿਆ। ਫੋਰ ਐਗਜ਼ਾਮਪਲ ਤੁਸੀਂ ਸੀਨਰੀ ਦੇਖੀ ਆ ਤਾਂ ਇਹਦੇ ਵਿੱਚ ਦੇਖੋ ਤੁਸੀਂ ਨੇਚਰ ਨੂੰ ਦੇਖ ਰਹੇ ਹੋ। ਜਦੋਂ ਤੁਸੀਂ ਇਮੈਜਿਨ ਕਰ ਰਹੇ ਹੋ ਉਹਨਾਂ ਸੀਨਸ ਨੂੰ ਰਿਕੋਲ ਕਰਕੇ ਜਦੋਂ ਪੋਇਟਰੀ ਖੁਦ ਬਣਦੀ ਆ ਉਹਨੂੰ ਪੋਇਟਰੀ ਬੋਲਦੇ ਆ। ਤੇ ਪੋਇਟਰੀ ਇੱਦਾਂ ਦੀ ਹੋਣੀ ਚਾਹੀਦੀ ਹੈ ਜਿਸ ਨੂੰ ਹਰ ਕੋਈ ਬੰਦਾ ਫੀਲ ਕਰ ਸਕੇ। ਠੀਕ ਹੈ, ਤਾਂ ਇਹ ਪ੍ਰੀਫੇਸ ਟੂ ਲਿਰਿਕਲ ਬੈਲੇਡਸ ਹੈ। ਐਸ.ਟੀ. ਕੋਲਰਿਜ ਦੀਆਂ ਵੀ ਪੋਇਮਸ ਬਹੁਤ ਫੇਮਸ ਨੇ, ਰਾਈਮ ਆਫ ਐਂਸ਼ੀਐਂਟ ਮਰੀਨਰ ਹੋ ਗਏ। ਠੀਕ ਹੈ, ਤੇ ਕੁਬਲਾ ਖਾਨ ਹੋ ਗਿਆ। ਰੋਬਰਟ ਸਾਊਦੀ ਜਿਹੜੇ ਸੀ ਉਹ ਪੋਇਟ ਲਰਟ ਸੀ। ਐਂਡ ਆਫਟਰ ਦੈਟ ਪੀ.ਵੀ. ਸ਼ੈਲੀ ਨੂੰ ਰੈਡੀਕਲ ਪੋਇਟ ਬੋਲਿਆ ਗਿਆ। ਉਹਨਾਂ ਦੇ ਉੱਤੇ ਫ੍ਰੈਂਚ ਰੈਵੋਲੂਸ਼ਨ ਦਾ ਬਹੁਤ ਵੱਡਾ ਇੰਪੈਕਟ ਸੀ। ਲੌਰਡ ਬਾਇਰਨ ਇਜ਼ ਆਲਸੋ ਵੈਰੀ ਇੰਪੋਰਟੈਂਟ ਪੋਇਟ। ਜੌਨ ਕੀਟਸ ਦੀ ਜਿਹੜੀ ਡੈਥ ਹੈ ਉਹ ਬਹੁਤ ਜਲਦੀ ਹੋ ਜਾਂਦੀ ਆ। ਹੀ ਵਾਜ਼ ਓਨਲੀ 24 or 25 years old when he died। ਬਟ ਇਹਨਾਂ ਟਾਈਮ ਦੇ ਵਿੱਚ ਹੀ ਉਹਨੇ ਜਿਹੜਾ ਹੈ ਗ੍ਰੇਟੈਸਟ ਆਪਣੀ ਜਿਹੜਾ ਹੈ ਲੈਵਲ ਦਿੱਤਾ। ਇਹਨਾਂ ਦੀਆਂ ਪੋਇਮਸ ਬਹੁਤ ਜ਼ਿਆਦਾ ਫੇਮਸ ਆ ਤੇ ਇਹਨੂੰ ਬਹੁਤ ਹੀ ਜ਼ਿਆਦਾ ਪੜ੍ਹਿਆ ਜਾਣ ਵਾਲਾ ਜਿਹੜਾ ਪੋਇਟ ਹੈ ਉਹ ਇਹਨਾਂ ਦੇ ਵਿੱਚੋਂ ਜੌਨ ਕੀਟਸ ਆ, ਜਿਹਨੂੰ ਹਰ ਕੋਈ ਪੜ੍ਹ ਕੇ ਖੁਸ਼ ਹੋ ਜਾਂਦਾ ਹੈ। ਇਹਨਾਂ ਦੀਆਂ ਪੋਇਮਸ ਤੁਸੀਂ ਪੜ੍ਹ ਸਕਦੇ ਹੋ। ਓਡ ਟੂ ਗ੍ਰੇਸ਼ੀਅਨ ਅਰਨ, ਓਡ ਟੂ ਨਾਈਟਿੰਗੇਲ, ਓਡ ਟੂ ਸਾਈਕੀ, ਓਡ ਟੂ ਮੈਲਨਕਲੀ, ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਨੇ ਓਡਸ ਲਿਖੀਆਂ ਨੇ। ਠੀਕ ਹੈ, ਆਈ ਹੋਪ ਇਟ ਇਜ਼ ਕਲੀਅਰ। ਹੁਣ ਤੁਹਾਨੂੰ ਸਮਝ ਆ ਗਿਆ। ਬਟ ਇਹਨਾਂ ਦੀ ਪੋਇਮ ਦੇ ਵਿੱਚ ਤੁਹਾਨੂੰ ਇੰਡੀਵਿਜੁਅਲਿਟੀ ਨਜ਼ਰ ਆਏਗੀ, ਤੁਹਾਨੂੰ ਕੁਛ ਰੈਸ਼ਨੈਲਿਟੀ ਨਜ਼ਰ ਨਹੀਂ ਆਏਗੀ। ਤੁਹਾਨੂੰ ਇੰਡੀਵਿਜੂਅਲ ਦੇਖਣ ਨੂੰ ਮਿਲੇਗਾ, ਕਾਮਨ ਮੈਨ ਦੇਖਣ ਨੂੰ ਮਿਲੇਗਾ। ਹੁਣ ਕਿਤੇ ਨਾ ਕਿਤੇ ਅਗਲੀ ਏਜ ਤੱਕ ਆਉਣ ਤੋਂ ਪਹਿਲਾਂ ਹੁਣ ਤੁਹਾਨੂੰ ਪਤਾ ਹੀ ਲੱਗ ਚੁੱਕਿਆ ਹੈ ਕਿ ਸਮਾਂ ਬਦਲ ਗਿਆ ਹੈ। ਹੁਣ ਇੰਡਸਟਰੀਅਲਾਈਜੇਸ਼ਨ ਜਿਹੜਾ ਹੈ ਉਹ ਪੀਕ ਤੇ ਹੋਏਗਾ ਨੈਕਸਟ ਏਜ ਦੇ ਵਿੱਚ। ਠੀਕ ਹੈ,
ਹੁਣ ਵਿਕਟੋਰੀਅਨ ਏਜ ਦੀ ਅਗਰ ਆਪਾਂ ਗੱਲ ਕਰੀਏ, ਕੁਈਨ ਵਿਕਟੋਰੀਆ ਦੇ ਨਾਮ ਤੇ ਇਹ ਏਜ ਬਣੀ ਹੋਈ ਹੈ। ਇਸ ਟਾਈਮ ਤੇ ਇੰਗਲੈਂਡ ਦੇ ਵਿੱਚ ਬਹੁਤ ਸਾਰੀ ਇੰਡਸਟਰੀਜ਼ ਆ ਗਈ ਸੀ, ਵਰਕਿੰਗ ਕਲਚਰ ਬਣ ਗਿਆ ਸੀ 9 to 6 ਜੋਬ ਕਲਚਰ। ਲੋਕਾਂ ਦੇ ਕੋਲ ਟਾਈਮ ਨਹੀਂ ਸੀ ਇੰਨਾ ਕਿ ਉਹ ਕਿਸੇ ਨਾਲ ਗੱਲ ਕਰ ਸਕਣ, ਮਤਲਬ ਬਹੁਤ ਹੀ ਜ਼ਿਆਦਾ ਬਿਜ਼ੀ ਲਾਈਫ ਹੋ ਗਈ ਸੀ। ਤੇ ਇਸ ਟਾਈਮ ਤੇ ਹੁਣ ਜਦੋਂ ਕਿਤੇ ਵੀ ਕੰਪਨੀਜ਼ ਜਾਂ ਇੰਡਸਟਰੀਜ਼ ਆ ਜਾਂਦੀਆਂ ਨੇ, ਬਹੁਤ ਹੀ ਜ਼ਿਆਦਾ ਕੰਮ ਹੁੰਦਾ, ਇੰਪਲੋਇਮੈਂਟ ਬਹੁਤ ਜ਼ਿਆਦਾ ਹੁੰਦੀ ਹੈ, ਉੱਥੇ ਸਲੇਵਰੀ ਪੱਕਾ ਹੁੰਦੀ ਆ। ਤੇ ਇੱਥੇ ਦੇ ਬੈਕਡਰੋਪ ਇਹ ਸੀ ਕਿ ਚਾਈਲਡ ਲੇਬਰ ਬਹੁਤ ਜ਼ਿਆਦਾ ਸੀ, ਛੋਟੇ ਛੋਟੇ ਬੱਚਿਆਂ ਨੂੰ ਚਿਮਨੀ ਸਵੀਪ ਕਰਨ ਭੇਜਿਆ ਜਾਂਦਾ ਸੀ। ਕਿਉਂ ਭੇਜਿਆ ਜਾਂਦਾ ਸੀ? ਚਿਮਨੀਜ਼ ਹੁੰਦੀਆਂ ਸੀ ਨਾ ਫੈਕਟਰੀਜ਼ ਦੇ ਉੱਤੇ, ਉਹਦੇ ਵਿੱਚ ਇੱਕ ਛੋਟੇ ਸਾਈਜ਼ ਦਾ ਬੱਚਾ ਹੀ ਉਹਨੂੰ ਸਾਫ਼ ਕਰ ਸਕਦਾ ਸੀ। ਦੈਟਸ ਵਾਈ ਚਾਈਲਡ ਲੇਬਰ ਬਹੁਤ ਜ਼ਿਆਦਾ ਵੱਧ ਗਈ ਸੀ। ਤੁਹਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਚਾਰਲਸ ਡਿਕਨਸ ਦੇ ਵਰਕਸ ਦੇ ਵਿੱਚੋਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਛੋਟੇ ਛੋਟੇ ਬੱਚਿਆਂ ਤੋਂ ਸਲੇਵਰੀ ਕਰਾਈ ਜਾਂਦੀ ਸੀ, ਲੇਬਰ ਕਰਾਈ ਜਾਂਦੀ ਸੀ। ਵਿਕਟੋਰੀਅਨ ਏਜ ਜਿਹੜੇ ਹਿਸਟੋਰੀਕਲ ਬੈਕਗ੍ਰਾਉਂਡ, ਰੇਨ ਆਫ ਕੁਈਨ ਵਿਕਟੋਰੀਆ ਆਫਟਰ ਐਲਿਜ਼ਾਬੈਥ, ਕੁਈਨ ਵਿਕਟੋਰੀਆ ਦੇ ਨਾਮ ਤੇ ਇਹ ਏਜ ਜਿਹੜੀ ਆ ਉਹ ਬਣੀ ਆ। ਠੀਕ ਹੈ, ਤੇ ਕੁਈਨ ਵਿਕਟੋਰੀਆ, ਵਿਕਟੋਰੀਅਨ ਏਜ ਦਾ ਟਾਈਮ ਪੀਰੀਅਡ ਤੁਸੀਂ ਯਾਦ ਰੱਖਣਾ 1835 to 1901। ਠੀਕ ਹੈ, ਇੰਡਸਟਰੀਅਲ ਰੈਵੋਲੂਸ਼ਨ ਆ ਗਿਆ ਸੀ, ਸਾਇੰਟਿਫਿਕ ਪ੍ਰੋਗਰੈਸ ਹੋਰ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਸੀ। ਤੇਰੇ ਕੈਰੈਕਟਰਿਸਟਿਕਾਂ ਲੋਕਾਂ ਨੇ ਮੋਰੈਲਿਟੀ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਸੀ, ਮੋਰਲ ਵੈਲਿਊਜ਼, ਰੀਅਲਿਜ਼ਮ, ਰਿਐਲਿਟੀ ਜੋ ਚੱਲ ਰਹੀ ਹੈ। ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ, ਚਾਰਲਸ ਡਿਕਨਸ ਨੇ ਰੀਅਲਿਜ਼ਮ ਨੂੰ ਫੋਲੋ ਕੀਤਾ। ਉਹਨਾਂ ਦੇ ਵਰਕ ਤੋਂ ਤੁਹਾਨੂੰ ਸਿੱਧਾ ਪਤਾ ਲੱਗ ਜਾਏਗਾ ਕਿ ਉਸ ਟਾਈਮ ਦਾ ਇੰਗਲੈਂਡ ਕਿਸ ਤਰ੍ਹਾਂ ਦਾ ਸੀ। ਤੁਸੀਂ ਅਗਰ ਚਾਰਲਸ ਡਿਕਨਸ ਦੇ ਵਰਕ ਪੜ੍ਹੋਗੇ, ਓਲੀਵਰ ਟਵਿਸਟ ਹੋ ਗਿਆ, ਠੀਕ ਹੈ, ਹਾਰਡ ਟਾਈਮਸ ਹੋ ਗਿਆ, ਗ੍ਰੇਟ ਐਕਸਪੈਕਟੇਸ਼ਨਸ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਸ ਟਾਈਮ ਤੇ ਲੋਕਾਂ ਦਾ ਕੀ ਹਾਲ ਸੀ, ਬੱਚਿਆਂ ਨੂੰ ਕਿੱਦਾਂ ਲੇਬਰ ਕਰਾਈ ਜਾਂਦੀ ਸੀ, ਕਿੰਨੀ ਕਰਪਟਡ ਸੁਸਾਇਟੀ ਸੀ, ਜਿਹੜਾ ਕਲਾਸੀਫਿਕੇਸ਼ਨ ਆਫ ਸੁਸਾਇਟੀ ਕਿੱਦਾਂ ਦੀ ਸੀ। ਸੋਸ਼ਲ ਰਿਫਾਰਮ ਹੋਣੇ ਸ਼ੁਰੂ ਹੋ ਗਏ ਸੀ। ਪੋਇਟਸ, ਪਹਿਲਾਂ ਆਪਾਂ ਪੋਇਟਰੀ ਦੀ ਗੱਲ ਕਰਦੇ ਹਾਂ। ਪੋਇਟਰੀ ਕਿਸ ਤਰ੍ਹਾਂ ਦੀ ਲਿਖੀ ਜਾਂਦੀ ਸੀ? ਜ਼ਿਆਦਾਤਰ ਪੋਇਟਰੀ ਪੈਸਿਮਿਸਟ ਲਿਖੀ ਜਾਂਦੀ ਸੀ। ਦੇਰ ਵਾਜ਼ ਨੋ ਆਪਟਿਮਿਜ਼ਮ, ਨੋ ਬ੍ਰਾਈਟ ਸਾਈਡ ਆਫ ਥਿੰਗਸ। ਲੋਕ ਬਹੁਤ ਹੀ ਜ਼ਿਆਦਾ ਪੈਸਿਵ ਹੋ ਗਏ ਸੀ। ਤਾਂ ਬਟ ਵੈਸੇ ਐਲਫਰੈਡ ਲੌਰਡ ਟੈਨੀਸਨ ਦੀ ਜਿਹੜੀ ਪੋਇਮਸ ਆ, ਉਹ ਵੀ ਤੁਸੀਂ ਪੜ੍ਹ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ ਮੋਟੀਵੇਸ਼ਨ ਥੋੜਾ ਮਿਲ ਜਾਏਗਾ। ਐਂਡ ਰੋਬਰਟ ਬਰਾਊਨਿੰਗ ਇਜ਼ ਨੋਨ ਫॉर ਡਰਾਮੈਟਿਕ ਮੋਨੋਲੋਗ, ਤੇ ਇਹਨਾਂ ਦੀਆਂ ਪੋਇਮਸ ਬਹੁਤ ਫੇਮਸ ਨੇ, ਜਿੱਦਾਂ ਮਾਈ ਲਾਸਟ ਡਚਿਸ ਹੋ ਗਿਆ, ਠੀਕ ਹੈ, ਲਾਸਟ ਰਾਈਡ ਟੂਗੇਦਰ ਹੋ ਗਿਆ, ਫਰਾ ਲਿਪੋਲਿਟੀ, ਇਹਨਾਂ ਦੀ ਫੇਮਸ ਪੋਇਮਸ ਆ। ਮੈਥਿਊ ਆਰਨਲਡ ਇਜ਼ ਨੋਨ ਫॉर ਸਕੋਲਰ ਜਿਪਸੀ। ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਸੋਸ਼ਲ ਰਿਫਾਰਮ, ਮੋਰੈਲਿਟੀ, ਇਹਨਾਂ ਚੀਜ਼ਾਂ ਦੀ ਗੱਲਾਂ, ਮਤਲਬ ਬਹੁਤ ਹੀ ਜ਼ਿਆਦਾ ਤੁਸੀਂ ਬੋਲ ਸਕਦੇ ਹੋ ਬਲਕੀ ਪੋਇਮ, ਲੈਂਥੀ ਪੋਇਮਸ ਲਿਖਦੇ ਸੀ। ਬਟ ਉਹਨਾਂ ਦੇ ਥੀਮਸ ਜਿਹੜੇ ਆ ਉਹ ਤੁਹਾਨੂੰ ਨਜ਼ਰ ਆ ਜਾਣਗੇ ਇਹਨਾਂ ਚੀਜ਼ਾਂ ਦੇ ਹੁੰਦੇ। ਗੈਬਰੀਅਲ ਰੋਸਿਟੀ, ਫੈਕਟ ਜਿਹੜਾ ਹੈ, ਟੈਨੀਸਨ ਵਾਸ ਪੋਇਟ ਲਰੇਟ ਆਫ ਦਿਸ ਏਜ। ਪਹਿਲਾ ਰੋਬਰਟ ਸਾਊਦੀ, ਆਫਟਰ ਰੋਬਰਟ ਸਾਊਦੀ ਵਿਕਟੋਰੀਅਨ ਪੋਇਟ ਦਿਸ। ਹਾਂਜੀ, ਸੋ ਇੰਡਸਟਰੀਅਲਾਈਜੇਸ਼ਨ, ਪਹਿਲਾਂ ਮਾਡਰਨ ਏਜ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਦੱਸਦਾ। ਵਿਕਟੋਰੀਅਨ ਏਰਾ ਦੇ ਵਿੱਚ ਇੱਕ ਆਪਣੇ ਕੋਲ ਇੱਕ ਰਾਈਟਰ ਆ, ਫੀਮੇਲ ਰਾਈਟਰ, ਜਿਨ੍ਹਾਂ ਦਾ ਨਾਮ ਹੈ ਜੋਰਜ ਇਲੀਅਟ। ਬਟ ਜੋਰਜ ਇਲੀਅਟ ਨੇ ਕਦੇ ਵੀ ਆਪਣਾ ਨਾਮ ਜਿਹੜਾ ਹੈ ਨਹੀਂ ਦੱਸਿਆ। ਜੋਰਜ ਇਲੀਅਟ ਉਹਨਾਂ ਦਾ ਪੈਨ ਨੇਮ ਆ। ਹੁਣ ਜੋਰਜ ਇਲੀਅਟ ਸੁਣ ਕੇ ਹੀ ਤੁਹਾਨੂੰ ਇਹ ਲੱਗੇਗਾ ਕਿ ਸ਼ਾਇਦ ਇਹ ਕਿਸੇ ਮੁੰਡੇ ਦਾ ਨਾਮ ਆ, ਬਟ ਇਹ ਕਿਸੇ ਮੇਲ ਦਾ ਨਾਮ ਨਹੀਂ ਸੀ, ਇੱਕ ਫੀਮੇਲ ਦਾ ਨਾਮ ਸੀ, ਫੀਮੇਲ ਰਾਈਟਰ, ਜਿਨ੍ਹਾਂ ਦਾ ਫੁੱਲ ਨੇਮ ਹੈ ਮੈਰੀ ਇਨ ਇਵਾਨਸ। ਠੀਕ ਹੈ, ਹੁਣ ਉਹਨਾਂ ਨੇ ਆਪਣਾ ਜਿਹੜਾ ਹੈ ਕੋਈ ਵੀ ਨੋਵਲ ਆਪਣੇ ਨਾਮ ਨਾਲ ਨਹੀਂ ਪਬਲਿਸ਼ ਕਰਵਾਇਆ। ਕਿਉਂ ਨਹੀਂ ਕਰਵਾਇਆ? ਕਿਉਂਕਿ ਔਰਤਾਂ ਨੂੰ ਜਿਹੜਾ ਹੈ ਉਹ ਬਹੁਤ ਕਮਜ਼ੋਰ ਸਮਝਿਆ ਜਾਂਦਾ ਸੀ। ਉਹਨਾਂ ਦੀ ਰਾਈਟਿੰਗ ਨੂੰ ਕੀ ਕਿਹਾ ਜਾਂਦਾ ਕਿ ਔਰਤਾਂ ਕੀ ਲਿਖ ਸਕਦੀਆਂ, ਆਪਣਾ ਰੋਣਾ ਧੋਣਾ ਹੀ, ਹੈ ਨਾ। ਦੈਟਸ ਵਾਈ ਉਹਨਾਂ ਦੀ ਰਾਈਟਿੰਗਸ ਕੋਈ ਪੜ੍ਹਦਾ ਵੀ ਨਹੀਂ ਸੀ, ਇਵਨ ਕਿ ਪਬਲਿਸ਼ਰ ਪਬਲਿਸ਼ ਹੀ ਨਹੀਂ ਕਰਦੇ ਸੀ। ਫਿਰ ਜੋਰਜ ਇਲੀਅਟ ਨੇ ਸੋਚਿਆ, ਮੈਰੀਅਨ ਇਵਾਨਸ ਨੇ, ਕਿ ਕਿਉਂ ਨਾ ਮੈਂ ਆਪਣੀ ਰਾਈਟਿੰਗ ਨੂੰ ਇੱਕ ਮੁੰਡੇ ਦੇ ਨਾਮ ਦੇ ਨਾਲ ਪਬਲਿਸ਼ ਕਰਵਾਵਾਂ, ਐਟਲੀਸਟ ਲੋਕ ਪੜ੍ਹਨਗੇ ਤਾਂ ਸਹੀ। ਤਾਂ ਇਸੇ ਤਰ੍ਹਾਂ ਫਿਰ ਉਹਨਾਂ ਨੇ ਜਿਹੜਾ ਹੈ ਉਹ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਠੀਕ ਹੈ, ਸੋ these are the tips which you have to remember in your lecture. Now next thing, modern age। ਹੁਣ ਜੇ ਆਪਾਂ modern age ਦੀ ਗੱਲ ਕਰੀਏ, ਇੱਥੇ ਤੱਕ ਆਉਂਦੇ ਆਉਂਦੇ ਸੁਸਾਇਟੀ ਦੇ ਵਿੱਚ ਇੱਕ ਬਹੁਤ ਵੱਡਾ ਚੇਂਜ ਆਏਗਾ, ਕਿਉਂਕਿ ਮਾਡਰਨ ਏਜ ਦੇ ਵਿੱਚ ਦੋ ਇਦਾਂ ਦੇ ਇਵੈਂਟ ਹੋਏ ਜਿਸਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਠੀਕ ਹੈ, ਡੈਟ ਇਜ਼ ਵਰਲਡ ਵਾਰ 1, ਵਰਲਡ ਵਾਰ 2। ਜਿਓਗ੍ਰਾਫਿਕਲੀ, ਕਲਚਰਲੀ, ਸੋਸ਼ਲੀ, ਪੋਲੀਟੀਕਲੀ, ਇਕਨੋਮਿਕਲੀ ਐਂਡ ਰਿਲੀਜੀਅਸਲੀ, ਹਰ ਚੀਜ਼ ਨੂੰ ਇਸਨੇ ਇੰਪੈਕਟ ਕੀਤਾ। ਮੈਂਟਲੀ, ਸੋ
ਲੋਕਾਂ ਦੇ ਦਿਮਾਗ ਬਿਲਕੁਲ ਹੀ ਖਾਲੀ ਹੋ ਗਏ ਸੀ ਆਫਟਰ ਵਰਲਡ ਵੋਰਸ, ਕਿਉਂਕਿ ਕੁਝ ਹੈ ਹੀ ਨਹੀਂ। ਕੋਈ ਇੱਕ ਦੂਸਰੇ ਦੇ ਉੱਤੇ ਸ਼ੱਕ ਹੋਣਾ, ਏਲੀਏਨੇਸ਼ਨ ਦਾ ਥੀਮ, ਇੱਕ ਕਰਾਊਡ ਦੇ ਵਿੱਚ ਵੀ ਇਕੱਲਾ ਫੀਲ ਹੋਣਾ, ਇਹ ਸਾਰੀਆਂ ਚੀਜ਼ਾਂ ਮਾਡਰਨ ਏਜ ਦੀਆਂ ਨਿਸ਼ਾਨੀਆਂ ਸੀ। ਇਹਦੇ ਹਿਸਟੋਰੀਕਲ ਬੈਕਗ੍ਰਾਉਂਡ ਵਰਲਡ ਵਾਰ 1 ਐਂਡ ਵਰਲਡ ਵਾਰ 2, ਠੀਕ ਹੈ। ਵਰਲਡ ਵਾਰ 1 ਐਂਡ ਵਰਲਡ ਵਾਰ 2 ਜਿਹੜੇ ਆ ਇਹਦੇ ਫੀਚਰਸ ਆ ਇੰਪੋਰਟੈਂਟ। ਕੈਰੈਕਟਰਿਸਟਿਕ ਏਲੀਏਨੇਸ਼ਨ, ਫਰੈਗਮੈਂਟੇਸ਼ਨ ਅੱਧੀਆਂ ਅਧੂਰੀਆਂ ਕਹਾਣੀਆਂ। ਕੋਈ ਕਹਾਣੀ ਤੁਹਾਨੂੰ ਇਹਦੇ ਵਿੱਚ ਕੋਈ ਹੀ ਚੀਜ਼ ਹੈ ਜਿਹੜੀ ਤੁਹਾਨੂੰ ਪੂਰੀ ਮਿਲੇਗੀ। ਤੁਸੀਂ ਟੀ.ਐਸ. ਇਲੀਅਟ ਦੀ ਵੇਸਟਲੈਂਡ ਪੜ੍ਹ ਕੇ ਦੇਖਿਓ, ਉਹ ਮਾਡਰਨ ਏਜ ਦਾ ਪਰਫੈਕਟ ਐਗਜ਼ਾਮਪਲ ਆ, ਸ਼ੋ ਪੀਸ ਆ ਮਾਡਰਨ ਏਜ ਦਾ। ਉਹਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਕਿ ਹਾਊ ਅ ਮਾਡਰਨ ਮੈਨ ਫੀਲਸ ਅਲੋਨ ਇਵਨ ਇਨ ਕਰਾਊਡ। ਭੀੜ ਦੇ ਵਿੱਚ ਵੀ ਇੱਕ ਮਾਡਰਨ ਮੈਨ ਇਕੱਲਾ ਮਹਿਸੂਸ ਕਰਦਾ ਹੈ। ਕਿਉਂ? ਜਸਟ ਬਿਕੋਜ਼ ਆਫ ਮਾਡਰਨਿਟੀ। ਉਹਨੂੰ ਏਲੀਨੇਸ਼ਨ ਫੀਲ ਹੁੰਦੀ ਆ, ਸਾਈਕੋਲੋਜੀਕਲ ਡੈਪਥ ਇਸ ਟਾਈਮ ਤੇ ਜ਼ਿਆਦਾ। ਹੁਣ ਇਹੀ ਟਾਈਮ ਸੀ ਜਦੋਂ ਲੋਕਾਂ ਨੇ ਇੰਡੀਵਿਜੂਅਲਿਟੀ ਨੂੰ ਛੱਡ ਕੇ ਲੋਕਾਂ ਦੇ ਦਿਮਾਗਾਂ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਮੀਨਸ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ। ਤੇ ਸਟ੍ਰੀਮ ਆਫ ਕੌਨਸ਼ੀਅਸਨੈਸ ਇਸ ਟਾਈਮ ਦਾ ਸਭ ਤੋਂ ਵੱਡੀ ਟੈਕਨੀਕ ਆ ਗਈ ਸੀ ਲਿਖਣ ਦੀ, ਠੀਕ ਹੈ ਜੀ। ਸਟ੍ਰੀਮ ਆਫ ਕੌਨਸ਼ੀਅਸਨੈਸ ਦਾ ਮਤਲਬ ਹੁੰਦਾ ਦਿਮਾਗੀ ਹਾਲਤ। ਫॉर एग्जांपल ਮੈਂ ਤੁਹਾਨੂੰ ਪੜ੍ਹਾ ਰਹੀ ਹਾਂ ਤੇ ਹੁਣ ਇਸ ਟਾਈਮ ਮੇਰੇ ਦਿਮਾਗ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੋਵੇ ਤੇ ਮੈਂ ਉਹਦੇ ਬਾਰੇ ਲਿਖਾਂ। ਮਤਲਬ ਦਿਮਾਗ ਦੇ ਵਿੱਚ ਜੋ ਵੀ ਚੱਲ ਰਿਹਾ, ਸ਼ਿਫਟ ਫਰੋਮ ਪ੍ਰੈਜ਼ੈਂਟ ਟੂ ਪਾਸਟ ਟੂ ਫਿਊਚਰ। ਮਤਲਬ ਕੋਈ ਲੀਨੀਅਰ ਚੀਜ਼ਾਂ ਨਹੀਂ ਹੈਗੀਆਂ, ਕੋਈ ਵੀ ਤੁਸੀਂ ਕਹਿ ਲਓ ਵੀ ਇੱਕ ਫਾਰਮ ਦੇ ਵਿੱਚ ਚੀਜ਼ਾਂ ਨਹੀਂ ਹੈਗੀਆਂ, ਉਲਟ ਪੁਲਟ ਸਭ ਕੁਝ ਲਿਖਣਾ, ਉਹਨੂੰ ਆਪਾਂ ਬੋਲ ਦਿੰਦੇ ਸਟ੍ਰੀਮ ਆਫ ਕੌਨਸ਼ੀਅਸਨੈਸ। ਕਿਉਂਕਿ ਦਿਮਾਗ ਦੇ ਵਿੱਚ ਕੋਈ ਵੀ ਆਈਡੀਆ ਕਦੇ ਵੀ ਆ ਸਕਦਾ ਕਿਤੋਂ ਵੀ, ਤਾਂ ਉਹ ਸਟ੍ਰੀਮ ਆਫ ਕੌਨਸ਼ੀਅਸਨੈਸ। ਇਹਦੇ ਵਿੱਚ ਤੁਹਾਨੂੰ ਮਾਡਰਨ ਨੋਵਲ ਮਿਲਣਗੇ ਜੇਮਸ ਜੋਇਸ, ਵਰਜੀਨੀਆ ਵੁਲਫ ਐਂਡ ਡੀ.ਐਚ. ਲਾਰੈਂਸ। ਜੇਮਸ ਜੋਇਸ ਦਾ ਪੋਰਟਰੇਟ ਆਫ ਯੰਗ ਮੈਨ ਐਜ਼ ਐਨ ਆਰਟਿਸਟ। ਵਰਜੀਨੀਆ ਵੁਲਫ ਇਜ਼ ਨੋਨ ਫॉर ਰੂਮ ਆਫ ਵਨਸ ਓਨ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਔਰਤ ਦੇ ਕੋਲ ਇੱਕ ਆਪਣੀ ਜਗ੍ਹਾ ਹੋਣੀ ਚਾਹੀਦੀ, ਸ਼ੀ ਮਸਟ ਬੀ ਫਾਈਨੈਂਸ਼ੀਅਲੀ ਸਟੇਬਲ, ਠੀਕ ਹੈ। ਐਂਡ ਡੀ.ਐਚ. ਲਾਰੈਂਸ ਸਨਸ ਐਂਡ ਲਵਰਸ। ਵਰਜੀਨੀਆ ਵੁਲਫ ਦਾ ਇੱਕ ਵਰਕ ਹੋਣਾ ਮਿਸਿਸ ਡੈਲੋਵੇ, ਜਿਸ ਦੇ ਵਿੱਚ ਉਹਨਾਂ ਨੇ ਸਟ੍ਰੀਮ ਆਫ ਕੌਨਸ਼ੀਅਸਨੈਸ ਟੈਕਨੀਕ ਜਿਹੜੀ ਆ ਉਹ ਯੂਜ਼ ਕੀਤੀ ਹੈ। ਇਹਨੂੰ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਜਿਹਦੇ ਨਾਲ ਤੁਹਾਨੂੰ ਮਾਡਰਨਿਟੀ ਸਮਝ ਆ ਜਾਏਗੀ। ਮਿਸਿਸ ਡੈਲੋਵੇ ਦੇ ਵਿੱਚ ਇੱਕ ਕੈਰੈਕਟਰ ਹੈ ਕਲੈਰਿਸਾ ਡੈਲੋਵੇ, ਜਿਸ ਦੀ ਇੱਕ ਦਿਨ ਦੀ ਕਹਾਣੀ ਆ, ਜ਼ਿੰਦਗੀ ਦੇ ਸਿਰਫ ਇੱਕ ਦਿਨ ਦੀ ਕਹਾਣੀ ਇਸ ਵਰਕ ਦੇ ਵਿੱਚ ਹੈ। ਤੁਹਾਨੂੰ ਦੇਖਣ ਨੂੰ ਮਿਲੇਗੀ ਉਹਨੇ ਪਾਰਟੀ ਆਰਗੇਨਾਈਜ਼ ਕਰਨੀ, ਉਹ ਬਾਜ਼ਾਰ ਦੇ ਵਿੱਚ ਜਾਂਦੀ ਆ ਤੇ ਉਹਦੇ ਦਿਮਾਗ ਦੇ ਵਿੱਚ ਜੋ ਪੁਰਾਣਾ ਅਗਲਾ ਜੋ ਵੀ ਚੱਲ ਰਿਹਾ ਹੈ ਉਹਦੀ ਆਪਾਂ ਨੂੰ ਇਸ ਨੋਵਲ ਦੇ ਵਿੱਚ ਪਤਾ ਲੱਗਦੀ ਆ, ਠੀਕ ਹੈ ਵੀ ਉਹਦੇ ਦਿਮਾਗ ਦੇ ਵਿੱਚ ਕਿਹੜੇ ਕਿਹੜੇ ਥੋਟਸ ਆ ਰਹੇ ਆ, ਤੇ ਇਹਨੂੰ ਆਪਾਂ ਸਟ੍ਰੀਮ ਆਫ ਕੌਨਸ਼ੀਅਸਨੈਸ ਬੋਲਦੇ ਆ। ਸਾਈਕੋਲੋਜੀਕਲ ਰੀਅਲਿਜ਼ਮ ਦਿਖਾਉਂਦਾ ਹੈ ਇਹ ਵਾਲਾ ਵਰਕ ਐਂਡ ਸਟ੍ਰੀਮ ਆਫ ਕੌਨਸ਼ੀਅਸਨੈਸ। ਡਰਾਮਾ ਕਿਸ ਤਰ੍ਹਾਂ ਦਾ ਲਿਖਿਆ ਜਾਣ ਲੱਗ ਗਿਆ ਸੀ, ਸੇਮ ਥੀਮਸ ਤੇ ਜੀਵੀ ਸ਼ੋ, ਸੈਮੂਅਲ ਬੈਕੇ। ਰੀਅਲਿਜ਼ਮ ਐਂਡ ਐਬਸਰਡਿਟੀ ਇਸ ਟਾਈਮ ਤੇ ਫੇਮਸ ਸੀ। ਐਬਸਰਡਿਟੀ ਕੁਝ ਵੀ ਗਾਰਬੇਜ ਆਫ ਮਾਈਂਡ, ਕੁਝ ਵੀ ਜਿਹਦਾ ਮਤਲਬ ਨਾ ਹੋਵੇ, ਬੇਮਤਲਬ, ਬੇਤੁਕ, ਮੀਨਿੰਗਲੈਸ, ਕੁਝ ਹੈ ਹੀ ਨਹੀਂ ਮਤਲਬ, ਉਸ ਤਰ੍ਹਾਂ ਦੇ ਡਰਾਮਾਸ ਲਿਖਣੇ ਸ਼ੁਰੂ ਹੋ ਗਏ ਸੀ। ਐਂਡ ਮਾਡਰਨ ਲਾਈਫ ਇਜ਼ ਆਲਸੋ ਐਬਸਰਡ, ਪਤਾ ਹੀ ਨਹੀਂ ਵੀ ਕੀ ਮੀਨਿੰਗ ਆ, ਕੀ ਫਿਊਚਰ ਆ। ਇਟਸ ਐਬਸਰਡਿਜ਼ਮ ਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਆ। ਦੇਖੋ ਇੱਕ ਮਿਥ ਆਫ ਸਿਸਿਫਸ ਹੈ, ਉਹਨੂੰ ਜਿਹੜੀ ਆ ਸਜ਼ਾ ਮਿਲਦੀ ਆ, ਠੀਕ ਹੈ। ਉਹਨੇ ਇੱਕ ਮਾਨਵਤਾ ਦੀ ਹੈਲਪ ਕਰ ਦਿੱਤੀ ਸੀ ਫਾਇਰ ਦੇ ਕੇ, ਤਾਂ ਉਹਨੂੰ ਸਜ਼ਾ ਮਿਲਦੀ ਆ ਕਿ ਤੂੰ ਨਾ ਇੱਕ ਪਹਾੜੀ ਤੇ ਜਾਣਾ ਹੈ, ਠੀਕ ਹੈ, ਪੱਥਰ ਲੈ ਕੇ, ਤੇ ਉਹ ਪੱਥਰ ਲੈ ਕੇ ਪੱਥਰ ਨੂੰ ਪਹਾੜੀ ਦੀ ਪੀਕ ਤੇ ਜਾ ਕੇ ਗਿਰਾਣਾ ਹੈ, ਫਿਰ ਇਸ ਐਕਸ਼ਨ ਨੂੰ ਦੁਬਾਰਾ ਕਰਨਾ, ਫਿਰ ਲੈ ਕੇ ਜਾਣਾ, ਫਿਰ ਗਿਰਾਣਾ, ਫਿਰ ਲੈ ਕੇ ਜਾਣਾ, ਫਿਰ ਗਿਰਾਣਾ, ਮਤਲਬ ਐਵੇਂ ਹੀ ਕਰਦਾ ਰਹਿਣਾ। ਸੋ ਇਹ ਕੀ ਹੋ ਰਿਹਾ ਹੈ, ਇਹ ਐਬਸਰਡਿਟੀ ਆ, ਕੁਝ ਮਤਲਬ ਬਣਿਆ, ਉਹ ਜਿਵੇਂ ਆਹੀ ਚੀਜ਼ਾਂ ਕਰੀ ਜਾ ਰਿਹਾ, ਕਦੇ ਚੜ ਰਿਹਾ, ਕਦੇ ਉੱਤਰ ਰਿਹਾ, ਕਦੇ ਚੜ ਰਿਹਾ, ਕਦੇ ਉੱਤਰ ਰਿਹਾ। ਸੋ ਦਿਸ ਇਜ਼ ਆਰ ਲਾਈਫ, we have to follow mundane life, this is called modern life, ਠੀਕ ਹੈ। ਇਸ ਤੋਂ ਬਿਨਾ ਜਿਹੜਾ ਹੈ ਆਪਣੇ ਕੋਲ ਪੋਸਟ ਮਾਡਰਨ ਏਜ ਆ ਜਾਏਗੀ। ਦੇਖੋ ਪੋਸਟ ਮਾਡਰਨ ਏਜ ਦੇ ਵਿੱਚ ਕੀ ਆ, ਪੋਸਟ ਮਾਡਰਨ ਏਜ ਉਹਦੇ ਤੋਂ ਵੀ ਥੋੜਾ ਜਿਹਾ, ਪੋਸਟ ਮਾਡਰਨ ਏਜ ਤੱਕ ਆਂਦੇ ਕੁਝ ਜ਼ਿਆਦਾ ਹੀ ਫਰੈਗਮੈਂਟੇਸ਼ਨ ਆ ਜਾਏਗੀ। ਵਰਲਡ ਵਾਰ 1 ਵਰਲਡ ਵਾਰ 2 ਦਾ ਇੰਪੈਕਟ ਤੁਹਾਨੂੰ ਦੇਖਣ ਨੂੰ ਮਿਲੇਗਾ, ਐਬਸਰਡਿਜ਼ਮ ਜਾਂ ਫਿਰ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਵਰਕਸ ਲਿਖੇ ਜਾਣਗੇ ਜਿਸ ਦੇ ਵਿੱਚ ਤੁਹਾਨੂੰ ਮੀਨਿੰਗ ਨਹੀਂ ਮਿਲੇਗਾ, ਠੀਕ ਹੈ। ਵਾਟ ਇਜ਼ ਰੋਂਗ, ਵਾਟ ਇਜ਼ ਰਾਈਟ ਸਮਝ ਨਹੀਂ ਆਏਗਾ, ਦੋਨੋਂ ਚੀਜ਼ਾਂ ਸਮਝ ਲੱਗਣਗੀਆਂ।
ਸੋ ਦਿਸ ਇਜ਼ ਕੋਲਡ ਪੋਸਟ ਮਾਡਰਨਿਜ਼ਮ, ਮਾਡਰਨਿਜ਼ਮ ਤੋਂ ਬਾਅਦ। ਤੇ ਅੱਜ ਦਾ ਟਾਈਮ ਪੀਰੀਅਡ ਤੁਹਾਨੂੰ ਪਤਾ ਹੀ ਹੈ, ਟੈਕਨੋਲੋਜੀ ਨੇ ਜਿਹੜਾ ਹੈ ਉਹ ਪੂਰਾ ਆਪਣਾ ਹਰ ਜਗ੍ਹਾ ਟੈਕਨੋਲੋਜੀ ਯੂਜ਼ ਹੁੰਦੀ ਆ, ਤਾਂ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲਣਗੀਆਂ। ਜਿਵੇਂ ਤੁਸੀਂ ਪੋਸਟ ਮਾਡਰਨ ਏਜ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ, ਜਿਸ ਦੇ ਵਿੱਚ ਬੱਚਿਆਂ ਨੂੰ ਕਿਸ ਤਰ੍ਹਾਂ ਮਤਲਬ ਉਹ ਹੁੰਦਾ ਹੈ, ਉਹ ਵੀ ਤੁਹਾਨੂੰ ਪਤਾ ਲੱਗ ਜਾਏਗਾ। ਕਿਹੜਾ ਸੀ ਇੱਕ ਵਰਕ ਹੈ, ਮੇਰੇ ਦਿਮਾਗ ਦੇ ਵਿੱਚ ਨਹੀਂ ਆ ਰਿਹਾ ਹੁਣ, ਮੈਂ ਤੁਹਾਨੂੰ ਦੱਸੂਗੀ ਜ਼ਰੂਰ। ਪੋਸਟ ਮਾਡਰਨ ਹੋਰ ਵੀ ਬਹੁਤ ਸਾਰੇ ਵਰਕਸ ਆ ਜਿਹਦੇ ਵਿੱਚ ਤੁਹਾਨੂੰ ਸਾਇੰਸ ਦੀ ਜਿਹੜੀ ਹੈ ਉਹ ਲਿਮਿਟਸ ਪਤਾ ਲੱਗਣਗੀਆਂ, ਸਾਇੰਸ ਦੀ, ਸਾਇੰਸ ਐਂਡ ਟੈਕਨੋਲੋਜੀ ਦੇ ਨਾਲ ਜਿਹੜਾ ਹੈ ਉਹ ਕਿਸ ਤਰ੍ਹਾਂ ਲਿਟਰੇਚਰ ਨੂੰ ਇਨਫਲੂਐਂਸ ਕੀਤਾ, ਉਹ ਵੀ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲੇਗਾ। ਵਰਲਡ ਵਾਰ 1 ਵਰਲਡ ਵਾਰ 2 ਦਾ ਇੰਪੈਕਟ ਵੀ ਹੋਏਗਾ। ਹੁਣ ਜ਼ਿਆਦਾ ਹੀ ਆਈਸੋਲੇਸ਼ਨ ਜਿਹੜੀ ਹੈ, ਐਕਸਟ੍ਰੀਮ ਆਈਸੋਲੇਸ਼ਨ ਪੋਸਟ ਮਾਡਰਨ ਟਾਈਮ ਦੇ ਵਿੱਚ ਆ ਜਾਂਦੀ ਹੈ। ਥੇਰੀਜ਼ ਬਹੁਤ ਸਾਰੀਆਂ ਇੰਟਰੋਡਿਊਸ ਹੋਈਆਂ, ਠੀਕ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਆ ਵਰਕਸ, ਬ੍ਰੇਵ ਨਿਊ ਵਰਲਡ ਹੋ ਗਿਆ, ਠੀਕ ਹੈ। ਇਹ ਜਿਹੜੇ ਵਰਕਸ ਨੇ ਇਹਨਾਂ ਤੋਂ ਤੁਹਾਨੂੰ ਪੋਸਟ ਮਾਡਰਨਿਜ਼ਮ ਦੇ ਬਾਰੇ ਪਤਾ ਲੱਗੇਗਾ। ਸੋ ਹੁਣ ਆਪਾਂ ਸਾਰੀਆਂ ਏਜਸ ਜਿਹੜੀਆਂ ਨੇ ਉਹ ਕਵਰ ਕਰ ਲਈਆਂ ਨੇ, ਕਿੱਥੋਂ, ਓਲਡ ਇੰਗਲਿਸ਼ ਤੋਂ ਲੈ ਕੇ ਪੋਸਟ ਮਾਡਰਨ ਤੱਕ। ਆਈ ਹੋਪ ਤੁਹਾਨੂੰ ਸਾਰੀਆਂ ਏਜਸ ਬਹੁਤ ਅੱਛੇ ਤਰੀਕੇ ਨਾਲ ਸਮਝ ਆਈਆਂ। ਅਗਰ ਤੁਸੀਂ ਇਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਆਪਣੇ ਨੋਟਸ ਬਣਾਓਗੇ, ਲੈਕਚਰ ਨੂੰ ਜ਼ਰੂਰ ਦੇਖੋਗੇ, ਤੁਹਾਡੇ ਜਿਹੜੇ ਆ ਬੇਸਿਕਸ ਬਹੁਤ ਚੰਗੀ ਤਰ੍ਹਾਂ ਕਲੀਅਰ ਹੋ ਜਾਣਗੇ, ਇਹ ਮੈਂ ਤੁਹਾਨੂੰ ਗਾਰੰਟੀ ਦਿੰਦੀ ਹਾਂ, ਠੀਕ ਹੈ। ਤਾਂ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਦੇਖਣ ਦੇ ਲਈ ਤੁਸੀਂ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਫ ਯੂ ਲਾਈਕ ਦ ਵੀਡੀਓ, ਇਫ ਯੂ ਲਾਈਕ ਦ ਲੈਕਚਰ, ਯੂ ਕੈਨ hit the like button also. Thank you so very much. Hope to meet you soon. Thank you.